पुनड़िया के तो कूड़ लुभाया उठ वंज वटाउड़िया तै क्या चिर लाया मोहलत पुनड़िया के तो कूड़ लुभाया कूड़े लुभाया तो माया करह पाप अमित्या तान भस्म ढेरी जमह हेरी काल बपुड़ै जित्या माल जोबन छोड़ वैसी रहयो पैनन खाया नानक कमाना संग जुलिया नह जाए किरत मिटाया हाथो मिर्ग जीवै पेख रैन चंद्रायणा सुख हो दुख पाए नित पाप कमाएणा पापा कमाने छड़ह नाही लै चले कत गलाविया हर चंदौरी देख मुठा कूड़ सेजा राविया लब लोभ अहंकार माता गर्भ भया समायणा नानक मिर्ग अज्ञान बिनसे नह मिटै आवण जायणा मिठै मख मुआ क्यों लय उडारी हस्ती गर्त पाया क्यों तरिया तारी तरन दुहेला भया खिन मह खासम चित न आयो दुखा सजाई गणत नाही किया अपना पायो गुजा कमाना प्रगट हुआ ईत उत है खुआरी नानक सतगुर बाज मुठा मन मुखो अहंकारी हर के दास जीवे लाग प्रभ की चरणी कंठ लगाए लिए तेसो ठाकुर सरणी बल बुद्ध ज्ञान ध्यान अपना आप नाम जपाया साध संगत आप हुआ आप जगत तराया राख लिए लखन हारै सदा निर्मल करनी नानक नरक ना जाहे कबहु हर संत हर की सरणी राख लिए रखन हारै सदा निर्मल करनी नानक नरक न जाहे कबहु हर संत हर के सरणी। वाहिगुरु जी का खालसा वाहिगुरु जी की फतेह। तू सुल्तान कहा हो मियाँ तेरी कबन बढ़ाई, जो तू देहे सो कहा स्वामी मैं मूर्ख कहन न जाई, तेरे गुण गावां देह बुझाई, जैसे सच मैं रहूं रजाई।
ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ, ਹਾਜ਼ਰਾਂ ਹਜੂਰ, ਜਹਰਾਂ ਜਹੂਰ, ਸਰਬ ਕਲਾ ਭਰਪੂਰ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੱਚਖੰਡ ਦੀਵਾਨਾਂ 'ਚ ਇਕੱਤਰ ਹੋ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਹਾਜ਼ਰ ਹੋ ਕੇ ਆਪ ਸਮੂਹ ਮਾਈ ਭਾਈ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ ਵਿੱਚ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਗੁਰਬਾਣੀ, ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਗੁਰਦੇਵ ਦੇ ਬਖਸ਼ਿਸ਼ ਕੀਤੇ ਗਏ ਪਾਵਨ ਮਹਾਵਾਕ ਆਪ ਜੀ ਨੇ ਸਰਵਣ ਕੀਤੇ ਹਨ। ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਨਾਲ ਜੋੜੀਏ। ਗੁਰਦੇਵ ਵੱਲੋਂ ਬਖਸ਼ਿਸ਼ ਕੀਤੇ ਗਏ ਪਾਵਨ ਸ਼ਬਦ ਨੂੰ ਵਿਚਾਰੀਏ। ਆਸਾ ਰਾਗ ਦੇ ਸੁੰਦਰ ਛੰਤ ਹਨ। ਹਾਜ਼ਰੀ ਲਵਾਓ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾਂ। ਉਠ ਵੰਝ ਵਟਾਉੜਿਆ, ਤੈ ਕਿਆ ਚਿਰ ਲਾਇਆ। ਆਸਾ ਰਾਗ ਹੈ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਗਏ ਪਵਿੱਤਰ ਛੰਤ ਹਨ। ਉਠ ਵੰਝ ਵਟਾਉੜਿਆ। ਵਟਾਉੜਿਆ ਕਹਿੰਦੇ ਆ ਰਾਹ ਦੇ ਵਿੱਚ ਮੁਸਾਫਰ ਨੂੰ, ਜਿਹੜਾ ਵਾਟ ਤੇ ਰਸਤੇ ਤੇ ਟੁਰਿਆ ਜਾਵੇ ਉਹਨੂੰ ਮੁਸਾਫਰ ਨੂੰ ਕਹਿ ਦਿੰਦੇ। ਹੇ ਮੁਸਾਫਰ ਉੱਠ। ਵੰਝ ਕਹਿੰਦੇ ਨੇ ਚੱਲਣ ਨੂੰ। ਉੱਠ ਤੇ ਚੱਲ। ਕਿਉਂ ਦੇਰੀ ਲਾਈ ਹੋਈ ਹੈ? ਕਿਉਂ ਚਿਰ ਲਾਇਆ ਹੋਇਆ ਹੈ? ਯਾਨੀ ਕਿ ਤੇਰੀ ਉਮਰਾਂ ਬੀਤਦੀ ਜਾ ਰਹੀ ਹੈ ਔਰ ਸਮਾਂ ਤੈਨੂੰ ਕਹਿ ਰਿਹਾ, ਕਾਲ ਤੈਨੂੰ ਕਹਿ ਰਿਹਾ ਵੀ ਉੱਠ ਚੱਲ, ਤੂੰ ਕਿਉਂ ਦੇਰੀ ਲਾਈ ਹੋਈ ਹੈ? ਜਿਵੇਂ ਜਿਵੇਂ ਪਲ ਪਲ ਕਰਕੇ, ਛਿਨ ਛਿਨ ਕਰਕੇ ਸਮਾਂ ਬੀਤ ਰਿਹਾ, ਤੂੰ ਆਪਣੇ ਉਸ ਦਿਨ ਦੇ ਨੇੜੇ ਆ ਰਿਹਾ ਜਿਹੜਾ ਦਿਨ ਪਰਮੇਸ਼ਰ ਨੇ ਮੁਕਰਰ ਕਰਕੇ ਭੇਜਿਆ ਤੇਰੇ ਚਾਲੇ ਦਾ। ਸਾਹੇ ਦੀ ਉਹ ਤਰੀਕ ਪਰਮੇਸ਼ਰ ਨੇ ਮਿੱਥ ਕੇ ਭੇਜੀ ਹੈ ਔਰ ਉਹ ਬਦਲਦੀ ਨਹੀਂ, ਤਬਦੀਲ ਨਹੀਂ ਹੁੰਦੀ। ਤੂੰ ਜਾਗ, ਹਾਲੇ ਵੀ ਉੱਠ, ਸਾਵਧਾਨ ਹੋ ਜਾ। ਕਿਉਂ ਗਫਲਤ ਦੀ ਗੂੜੀ ਨੀਂਦ ਦੇ ਵਿੱਚ ਸੁੱਤਾ ਹੋਇਆ ਆਪਣੀ ਜ਼ਿੰਦਗੀ ਦੀ ਇਸ ਯਾਤਰਾ ਨੂੰ ਬਤੀਤ ਕਰ ਰਿਹਾ? ਸੁੱਤੇ ਪਿਆ। ਉੱਠ, ਸਾਵਧਾਨ ਹੋ। ਕਾਲ ਕਹਿ ਰਿਹਾ ਤੂੰ ਕਿਉਂ ਚਿਰ ਲਾਇਆ ਹੋਇਆ? ਹਾਂਜੀ। ਮੋਹਲਤ ਪੁੰਨੜੀਆ, ਕੇਤੋ ਕੂੜ ਲੋਭਾਇਆ। ਕਾਲ ਇਹ ਵੀ ਕਹਿ ਰਿਹਾ ਕਿ ਤੇਰੀ ਮੋਹਲਤ ਪੁੰਨੜੀ, ਪੁੰਨੜੀਆ ਦਾ ਮਤਲਬ ਹੁੰਦਾ ਵੀ ਪੂਰੀ ਹੋ ਰਹੀ ਹੈ ਜਿਹੜੀ ਪਰਮੇਸ਼ਰ ਨੇ ਮੋਹਲਤ ਦਿੱਤੀ ਹੈ ਨਾ, ਤੈਨੂੰ ਸਮਾਂ ਦਿੱਤਾ ਹੈ ਵੀ ਜਾ ਜਾ ਕੇ ਜੇ ਹੋ ਸਕਦਾ ਤੇ ਆਪਣੇ ਜੀਵਨ ਨੂੰ ਸਫਲ ਕਰ। ਅਵਸਰ ਨਹੀਂ ਕਹਿ ਦਿੰਦੇ ਆਪਾਂ, ਮੌਕਾ ਦਿੱਤਾ ਹੈ ਪਰਮੇਸ਼ਰ ਨੇ। ਅਕਾਲ ਪੁਰਖ ਨੇ ਜਿਹੜਾ ਮੌਕਾ ਦਿੱਤਾ, ਮੋਹਲਤ ਦਿੱਤੀ ਹੈ, ਉਹ ਪੂਰੀ ਹੋ ਰਹੀ ਹੈ। ਛਿਨ ਛਿਨ ਕਰਕੇ, ਪਲ ਪਲ ਕਰਕੇ ਤੂੰ ਆਪਣੀ ਉਸ ਮੋਹਲਤ ਵਾਲੇ ਸਮੇਂ ਦੇ ਨੇੜੇ ਜਾ ਰਿਹਾ। ਇੱਕ ਇੱਕ ਸਵਾਸ ਜਿਵੇਂ ਜਿਵੇਂ ਤੇਰੀ ਨਾਸਕਾ ਦੇ ਛਿਦਰ ਚੋਂ ਜਾ ਰਿਹਾ ਨਾ, ਇਹ ਸਮਝ ਲੈ ਕਿ ਉਹ ਇੱਕ ਸਵਾਸ ਨਹੀਂ ਜਾ ਰਿਹਾ, ਤੇਰਾ ਇੱਕ ਕਦਮ ਉਸ ਮੋਹਲਤ ਦੇ ਸਮੇਂ ਵਾਲੇ ਪਾਸੇ ਪੁੱਟ ਕੇ ਵਧ ਰਿਹਾ ਹੈ, ਕਾਲ ਦੇ ਉਸ ਦਿਨ ਵਾਲੇ ਪਾਸੇ ਵਧ ਰਿਹਾ ਹੈ। ਤੇ ਤੂੰ ਝੂਠ ਦੇ ਵਿੱਚ ਹੀ ਲੁਭਾਇਆ ਹੋਇਆ। ਕਿਤ ਕੂੜ ਲੁਭਾਇਆ, ਤੂੰ ਕਿੱਧਰ ਕੂੜ ਦੇ ਵਿੱਚ ਆ, ਜਿਹੜਾ ਝੂਠ ਹੈ ਉਹਦੇ ਵਿੱਚ ਲੋਭੀ ਹੋ ਕੇ ਆਪਣੇ ਆਪ ਨੂੰ ਖਚਿਤ ਕੀਤਾ ਹੋਇਆ। ਤੇਰੀ ਮੋਹਲਤ ਪੂਰੀ ਹੋ ਰਹੀ ਹੈ। ਤੇਰਾ ਸਮਾਂ ਜਿਹੜਾ ਪਰਮੇਸ਼ਰ ਨੇ ਤੈਨੂੰ ਦਿੱਤਾ ਉਹ ਪੂਰਾ ਹੋ ਰਿਹਾ ਹੈ।
ਲੁਭਾਇਆ ਤੂਹ ਮਾਇਆ ਕਰਹਿ ਪਾਪ ਅਮਿਤਿਆ। ਝੂਠ ਨੇ ਤੈਨੂੰ ਇਹੋ ਜਿਹਾ ਲੁਭਾਇਆ ਹੋਇਆ, ਲੋਭੀ ਬਣਾਇਆ ਹੋਇਆ ਕਿ ਮਾਇਆ ਤੈਨੂੰ ਧੋਖਾ ਦੇ ਰਹੀ ਹੈ। ਮਾਇਆ ਤੇਰੇ ਨਾਲ ਧਰੋਕ ਮਾਰ ਰਹੀ ਹੈ ਤੇ ਮਾਇਆ ਦੇ ਧੋਖੇ ਵਿੱਚ ਲੱਗ ਕੇ ਤੂੰ ਜਿਹੜੇ ਅਮਿਤ ਪਾਪ ਨੇ ਵੀ ਮਿਣੇ ਨਹੀਂ ਜਾਂਦੇ ਇੰਨੇ ਪਾਪ ਪਿਆ ਕਰਦਾ, ਕਿਉਂਕਿ ਜਦੋਂ ਲੋਭ ਆਵੇਗਾ ਉੱਥੇ ਪਾਪ ਆਵੇਗਾ ਹੀ ਆਵੇਗਾ। ਜਿੱਥੇ ਲੋਭ ਹੈ ਉੱਥੇ ਪਾਪ ਨੇ ਆਪਣੇ ਆਪ ਹੀ ਪਹੁੰਚ ਜਾਣਾ, ਉਹਨੂੰ ਸੱਦਣਾ ਨਹੀਂ ਪੈਂਦਾ। ਏਦਾਂ ਕਹਿ ਸਕਦੇ ਹਾਂ ਵੀ ਦੁਨੀਆ ਦੇ ਜਿਤਨੇ ਪਾਪ ਨੇ ਉਹਨਾਂ ਪਾਪਾਂ ਦਾ ਦਰਵਾਜ਼ਾ ਲੋਭ ਹੈ। ਜਦੋਂ ਲੋਭ ਰੂਪੀ ਦਰਵਾਜ਼ਾ ਖੋਲੋਗੇ ਸਾਰੇ ਪਾਪ ਅੰਦਰ ਆ ਪਹੁੰਚਣਗੇ। ਲੋਭੀ ਬੰਦਾ ਹੀ ਪਾਪ ਕਰੇਗਾ ਨਾ। ਜਿਹਦੇ ਅੰਦਰ ਲੋਭ ਆ ਗਿਆ ਕਿਸੇ ਧਨ ਦਾ, ਉਹ ਰਿਸ਼ਵਤ ਲੈਣ ਦਾ ਵੀ ਪਾਪ ਕਰੇਗਾ। ਲੋਭ ਆ ਗਿਆ ਧਰਮ ਦੇ ਨਾਂ ਤੇ ਵੀ ਪਾਪ ਕਰੇਗਾ, ਧਨ ਇਕੱਤਰ ਕਰਨ ਵਾਸਤੇ। ਲੋਭ ਆ ਗਿਆ ਭ੍ਰਿਸ਼ਟਾਚਾਰ ਵਾਲੇ ਪਾਸੇ ਪਾਪ ਕਰੇਗਾ, ਗਰੀਬਾਂ ਦਾ ਹੱਕ ਖਾਵੇਗਾ, ਉਹਨਾਂ ਦੇ ਗਲ ਵੱਢੇਗਾ, ਠੱਗੀ ਕਰੇਗਾ। ਸਾਰੇ ਪਾਪ ਲੋਭ ਕਰਕੇ ਹੀ ਹੁੰਦੇ। ਇੱਕ ਪੰਡਤ ਨੇ ਰਾਜ ਸਭਾ ਵਿੱਚ ਆ ਕੇ ਸਵਾਲ ਕੀਤੇ। ਸਵਾਲ ਬੜੇ ਅਟਪਟੇ ਜੇ ਸਨ। ਰਾਜੇ ਦੇ ਪੰਡਤ ਨੂੰ ਉਹਦਾ ਜਵਾਬ ਨਹੀਂ ਆਇਆ ਤੇ ਉਹਨੇ ਇੱਕ ਦਿਨ ਦਾ ਸਮਾਂ ਮੰਗਿਆ ਵੀ ਕੱਲ ਨੂੰ ਇਹਦਾ ਜਵਾਬ ਦਿਆਂਗਾ। ਘਰ ਆਇਆ ਤੇ ਬੜਾ ਫਿਕਰ ਵਿੱਚ ਬੈਠਾ ਹੈ। ਸਮਝ ਨਹੀਂ ਪਈ ਆਉਂਦੀ ਵੀ ਜਿਹੜੇ ਸਵਾਲ ਉਸ ਪੰਡਤ ਨੇ ਕੀਤੇ ਨੇ ਇਹਨਾਂ ਦਾ ਕੀ ਜਵਾਬ ਦਿਆਂ। ਜੇ ਜਵਾਬ ਨਹੀਂ ਦਿੰਦਾ ਤੇ ਰਾਜੇ ਦੀ ਸਭਾ ਵਿੱਚ ਮੇਰੀ ਤੋਹੀਨ ਹੋਵੇਗੀ, ਅਨਾਦਰ ਹੋਵੇਗਾ, ਨਿੰਦਾ ਹੋਵੇਗੀ। ਫਿਕਰਮੰਦ ਬੈਠੇ ਨੂੰ ਵੇਖ ਕੇ ਦੀ ਲੜਕੀ ਬੜੀ ਸਿਆਣੀ ਸੀ, ਪੁੱਛਣ ਲੱਗੀ ਆ, ਪਿਤਾ ਜੀ ਕਿਸ ਗੱਲ ਦਾ ਫਿਕਰ? ਕਹਿਣ ਲੱਗਾ, ਬੇਟੀ ਤੈਨੂੰ ਦੱਸ ਕੇ ਕੀ ਕਰਾਂਗਾ। ਕਹਿਣ ਲੱਗੀ ਵੀ ਦੱਸਿਆ ਕਈ ਵਾਰੀ ਕੋਈ ਰਸਤਾ ਲੱਭ ਜਾਂਦਾ, ਗੱਲ ਤਾਂ ਕਰੋ। ਕਹਿਣ ਲੱਗਾ ਵੀ ਇਹ ਸਵਾਲ ਇੱਕ ਪੰਡਤ ਨੇ ਰਾਜੇ ਦੀ ਸਭਾ ਚ ਆ ਕੇ ਕੀਤੇ ਨੇ ਮੇਰੇ ਕੋਲ, ਇਹਦਾ ਜਵਾਬ ਨਹੀਂ ਪਿਆ ਉੱਠਦਾ। ਕਹਿਣ ਲੱਗੀ ਸਵਾਲ ਕੀ ਨੇ? ਕਹਿਣ ਲੱਗੇ ਵੀ ਉਹਨੇ ਸਵਾਲ ਕੀਤਾ ਹੈ ਵੀ ਇੱਥੇ ਦੁਖੀ ਕੌਣ ਤੇ ਅੱਗੇ ਦੁਖੀ ਕੌਣ। ਦੂਸਰਾ ਸਵਾਲ ਕੀਤਾ ਵੀ ਇੱਥੇ ਦੁਖੀ ਕੌਣ ਤੇ ਅੱਗੇ ਸੁਖੀ ਕੌਣ। ਤੇ ਤੀਜਾ ਸਵਾਲ ਕੀਤਾ ਕਿ ਇੱਥੇ ਸੁਖੀ ਕੌਣ ਤੇ ਅੱਗੇ ਸੁਖੀ ਕੌਣ। ਤੇ ਚੌਥਾ ਸਵਾਲ ਹੈ ਵੀ ਇੱਥੇ ਸੁਖੀ ਕੌਣ ਤੇ ਅੱਗੇ ਦੁਖੀ ਕੌਣ। ਤੇ ਪੰਜਵਾਂ ਸਵਾਲ ਹੈ ਵੀ ਲੋਭ ਦਾ ਬਾਪ ਕੌਣ। ਇਹ ਪੰਜ ਸਵਾਲ ਨੇ, ਮੈਨੂੰ ਇਹਨਾਂ ਦਾ ਜਵਾਬ ਨਹੀਂ ਪਿਆ ਉੱਠਦਾ ਵੀ ਬੜੇ ਅਟਪਟੇ ਜੇ ਸਵਾਲ ਨੇ। ਲੜਕੀ ਕਹਿਣ ਲੱਗੀ, ਪਿਤਾ ਜੀ ਵੀ ਇਹ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ, ਇਹਦਾ ਜਵਾਬ ਮੈਂ ਦਿਆਂਗੀ ਜਾ ਕੇ ਰਾਜੇ ਦੀ ਸਭਾ 'ਚ ਕੱਲ ਨੂੰ। ਪਿਤਾ ਨੂੰ ਕੁਝ ਹੌਸਲਾ ਵੱਜਾ। ਕਹਿਣ ਲੱਗਾ, ਬੇਟੀ ਠੀਕ ਹੈ। ਲੜਕੀ ਬੜੀ ਸਿਆਣੀ ਹੈ। ਪਹਿਲਾਂ ਇੱਕ ਲੱਕੜਹਾਰੇ ਦੇ ਕੋਲ ਗਈ ਜਿਹੜਾ ਬੜਾ ਕੰਗਲਾ ਤੇ ਗਰੀਬ ਸੀ। ਉਹਨੂੰ ਆਖਿਆ ਵੀ ਕੱਲ ਦੀ ਦਿਹਾੜੀ ਤੂੰ ਮੇਰੇ ਕੋਲੋਂ ਲੈ ਲਈ, ਮੇਰੇ ਨਾਲ ਰਾਜੇ ਦੀ ਸਭਾ 'ਚ ਜਾਣਾ, ਬਸ ਹੋਰ ਕੁਝ ਨਹੀਂ ਕਰਨਾ। ਟਾਈਮ ਉਹਨੂੰ ਦੇ ਦਿੱਤਾ ਵੀ ਇੰਨੇ ਟਾਈਮ ਤੇ ਪਹੁੰਚ ਜਾਈਂ। ਫਿਰ ਇੱਕ ਮਹਾਤਮਾ ਸੀ ਉਸੇ ਨਗਰ ਵਿੱਚ, ਸਾਧੂ ਸੀ, ਉਹਨਾਂ ਨੂੰ ਜਾ ਕੇ ਬੇਨਤੀ ਕੀਤੀ ਕਿ ਸੰਤ ਜੀ, ਸੰਤ ਦਾ ਸੁਭਾਅ ਹੁੰਦਾ ਦੁਖੀ ਨੂੰ ਵੇਖ ਕੇ ਉਹਦੇ ਤੇ ਦਇਆ ਕਰਨੀ, ਕਿ ਤੁਸੀਂ ਕੱਲ ਮੇਰੇ ਨਾਲ ਰਾਜੇ ਦੀ ਸਭਾ 'ਚ ਚੱਲਣਾ। ਸੰਤਾਂ ਨੇ ਵੀ ਹਾਮੀ ਭਰ ਦਿੱਤੀ। ਤੀਜਾ, ਉਸੇ ਨਗਰ ਵਿੱਚ ਇੱਕ ਸ਼ਾਹੂਕਾਰ ਸੀ, ਉਹਨੂੰ ਜਾ ਕੇ ਕਿਹਾ ਕਿ ਸੇਠ ਜੀ ਤੁਹਾਡੇ ਰੁਝੇਵੇਂ ਬਹੁਤ ਨੇ, ਪਰ ਤੁਸੀਂ ਪਰਉਪਕਾਰੀ ਬਿਰਤੀ ਦੇ ਮਾਲਕ ਹੋ। ਮੇਰੇ ਪਿਤਾ ਜੀ ਸਮੱਸਿਆ ਵਿੱਚ ਨੇ, ਜੇ ਤੁਸੀਂ ਰਾਜੇ ਦੀ ਸਭਾ 'ਚ ਜਾਓਗੇ ਤੇ ਉਹ ਸਮੱਸਿਆ ਦੂਰ ਹੋ ਜਾਏਗੀ। ਕਰਨਾ ਕੁਝ ਨਹੀਂ, ਬਸ ਚੱਲਣਾ ਹੀ ਹੈ, ਉੱਥੇ ਦਰਸ਼ਨ ਹੀ ਦੇਣੇ ਆ।
ਫਿਰ ਇੱਕ ਵੇਸ਼ਵਾ ਕੋਲ ਗਈ। ਵੇਸ਼ਵਾ ਨੂੰ ਜਾ ਕੇ ਆਖਿਆ, ਭੈਣੇ ਸਾਰੀ ਜ਼ਿੰਦਗੀ ਤੈਂ ਪਾਪ ਕਰਦੀ ਐ, ਜੇ ਇੱਕ ਪੁੰਨ ਦਾ ਕਰਮ ਕਰੇ ਵੀ ਕੱਲ ਰਾਜੇ ਦੀ ਸਭਾ 'ਚ ਆਉਣਾ। ਉਹਨੂੰ ਵੀ ਸਮਾਂ ਦੇ ਦਿੱਤਾ। ਅਗਲੇ ਦਿਨ ਇੱਕ ਮਰੇ ਕੁੱਤੇ ਦਾ ਕਤੂਰਾ ਮਰਿਆ ਹੋਇਆ ਉਹ ਇੱਕ ਥੈਲੇ 'ਚ ਇਸ ਲੜਕੀ ਨੇ ਪਾ ਲਿਆ। ਰਾਜੇ ਦੀ ਸਭਾ 'ਚ ਪਹੁੰਚੇ, ਦਰਬਾਰ ਦੇ ਸਨਮੁਖ ਆਣ ਕੇ ਖਲੋ ਗਈ। ਇੰਨੇ ਨੂੰ ਉਹ ਪੰਡਤ ਵੀ ਆ ਗਿਆ ਜਿਹਨੇ ਸਵਾਲ ਕੀਤੇ ਸੀ। ਉਹ ਚਾਰ ਜੀ ਵੀ ਸੱਦ ਲਏ, ਜਿਨ੍ਹਾਂ ਨੂੰ ਵੇਸ਼ਵਾ ਨੂੰ, ਨੌਕਰ, ਇੱਕ ਗਰੀਬ ਨੂੰ, ਸ਼ਾਹੂਕਾਰ ਨੂੰ ਤੇ ਸੰਤ ਨੂੰ, ਉਹ ਵੀ ਆ ਗਏ। ਜਿਹੜੇ ਪੰਡਤ ਨੇ ਸਵਾਲ ਕੀਤੇ ਸੀ, ਉਹ ਥੈਲਾ ਜਿਹੜਾ ਸੀ ਨਾ ਮਰੇ ਕਤੂਰੇ ਵਾਲਾ, ਉਹ ਬੰਦ ਕੀਤਾ ਹੋਇਆ। ਇਹਨੇ ਪੰਡਤ ਨੂੰ ਆਖਿਆ, ਪੰਡਤ ਜੀ, ਪੰਡਤ ਨੂੰ ਨਹੀਂ ਸੀ ਪਤਾ ਵੀ ਇਹ ਲੜਕੀ ਉਸੇ ਪੰਡਤ ਦੀ ਹੈ ਜਿਹਨੂੰ ਮੈਂ ਸਵਾਲ ਕੀਤੇ ਹੈ। ਕਹਿਣ ਲੱਗੀ ਵੀ ਮੈਂ ਤੈਨੂੰ 500 ਰੁਪਈਆ ਦੇਵਾਂਗੀ, ਤੂੰ ਕੁਝ ਨਹੀਂ ਕਰਨਾ, ਬਸ ਆ ਥੈਲਾ ਰਾਜੇ ਦੀ ਸਭਾ 'ਚ ਲੈ ਕੇ ਜਾਣਾ। ਉਹਨੇ ਨਹੀਂ ਪੁੱਛਿਆ ਵੀ ਇਹਦੇ 'ਚ ਕੀ ਹੈ ਕੀ ਨਹੀਂ। ਉਹ ਥੈਲਾ ਕੁੱਤੇ ਵਾਲਾ, ਮਰੇ ਕਤੂਰੇ ਵਾਲਾ, ਉਹਨੇ ਕੱਛ ਵਿੱਚ ਲਾਇਆ ਤੇ ਲੈ ਕੇ ਰਾਜੇ ਦੀ ਸਭਾ 'ਚ ਚਲਾ ਗਿਆ। ਸਵਾਲ ਸੀ ਪਹਿਲਾ ਵੀ ਇੱਥੇ ਦੁਖੀ ਕੌਣ ਤੇ ਅੱਗੇ ਦੁਖੀ ਕੌਣ। ਤਾਂ ਇਸ ਲੜਕੀ ਨੇ ਉਸ ਲੱਕੜਹਾਰੇ ਨੂੰ, ਜਿਹੜਾ ਬੜਾ ਕੰਗਲਾ ਗਰੀਬ ਸੀ, ਉਹਨੂੰ ਅੱਗੇ ਕਰ ਦਿੱਤਾ। ਇਹ ਵਿਚਾਰਾ ਇੱਥੇ ਵੀ ਦੁਖੀ ਹੈ, ਸਾਰਾ ਦਿਨ ਲੱਕੜਾਂ ਕੱਟਦਾ, ਮਿਹਨਤ ਮਜ਼ਦੂਰੀ ਕਰਦਾ, ਰੱਬ ਰੱਬ ਕਰਨ ਦਾ ਵੀ ਇਹਦੇ ਕੋਲ ਟਾਈਮ ਨਹੀਂ, ਇਸ ਕਰਕੇ ਅੱਗੇ ਵੀ ਦੁਖੀ ਰਹੇਗਾ। ਇੱਥੇ ਵੀ ਦੁਖੀ ਹੈ ਤੇ ਅੱਗੇ ਵੀ ਦੁੱਖ ਹੀ ਭੋਗੇਗਾ ਜੇ ਰੱਬ ਰੱਬ ਨਹੀਂ ਕਰਦਾ। ਦੂਸਰਾ ਸਵਾਲ ਸੀ ਵੀ ਇੱਥੇ ਦੁਖੀ ਕੌਣ ਤੇ ਅੱਗੇ ਸੁਖੀ ਕੌਣ। ਇਹਨੇ ਉਹਨਾਂ ਸੰਤਾਂ ਨੂੰ ਅੱਗੇ ਕੀਤਾ ਵੀ ਇੱਥੇ ਮਸ਼ੱਕਤ ਘਾਲਦੇ ਨੇ, ਕਸ਼ਟ ਸਹਾਰਦੇ ਨੇ, ਇੱਥੇ ਦੁਖੀ ਨੇ। ਸੁਨ ਭੂਪਤ ਜਾਂ ਜਗਤ ਮੈਂ ਦੁਖੀ ਰਹਿਤ ਹਰ ਸੰਤ, ਅੰਤ ਲਹਾਂਗੇ ਮੁਕਤ ਫਲ ਪਾਵਾਂਗੇ ਭਗਵੰਤ। ਕਲਗੀਧਰ ਦੇ ਬਚਨ ਨੇ ਵੀ ਮਿਹਨਤ ਮਸ਼ੱਕਤ ਘਾਲਦੇ ਆ, ਫਾਕਾ ਵੀ ਕੱਟਣਾ ਪੈਂਦਾ, ਪਰ ਬੰਦਗੀ ਕਰਦੇ ਨੇ, ਇਸ ਕਰਕੇ ਅੱਗੇ ਸੁਖੀ ਰਹਿਣਗੇ। ਫਿਰ ਤੀਸਰਾ ਸਵਾਲ ਸੀ ਵੀ ਇੱਥੇ ਸੁਖੀ ਕੌਣ ਤੇ ਅੱਗੇ ਸੁਖੀ ਕੌਣ। ਤਾਂ ਉਹ ਸੇਠ ਨੂੰ ਅੱਗੇ ਕੀਤਾ, ਇੱਥੇ ਵੀ ਸੁਖੀ ਹੈ, ਪਰ ਪਰਉਪਕਾਰ ਕਰਦਾ, ਦਾਨ ਪੁੰਨ ਕਰਦਾ, ਭਜਨ ਕਰਦਾ, ਇਸ ਕਰਕੇ ਅੱਗੇ ਵੀ ਸੁਖੀ ਹੋਵੇਗਾ। ਚੌਥਾ ਸਵਾਲ ਸੀ ਇੱਥੇ ਸੁਖੀ ਕੌਣ ਤੇ ਅੱਗੇ ਦੁਖੀ ਕੌਣ। ਤੇ ਵੇਸ਼ਵਾ ਵੱਲ ਇਸ਼ਾਰਾ ਕਰਕੇ ਆਖਿਆ, ਇੱਥੇ ਸੁਖ ਭੋਗਦੀ ਹੈ ਪਰ ਪਾਪ ਪਈ ਕਰਦੀ ਹੈ, ਕਈ ਸਤੀਆਂ ਦੇ ਧਰਮ ਉਜਾੜਦੀ ਹੈ, ਪਤੀਆਂ ਨੂੰ ਉਜਾੜਦੀ ਹੈ, ਇਸ ਕਰਕੇ ਅੱਗੇ ਨਰਕ ਦਾ ਦੁੱਖ ਭੋਗੇਗੀ। ਚਾਰੇ ਸਵਾਲਾਂ ਦਾ ਜਵਾਬ ਜਦੋਂ ਸਾਹਮਣੇ ਪ੍ਰਤੱਖ ਵਿਖਾ ਦਿੱਤਾ, ਫਿਰ ਪੰਡਤ ਉਹੀ ਜਿਹਨੇ ਸਵਾਲ ਕੀਤੇ ਸੀ ਕਹਿੰਦਾ, ਪੰਜਵਾਂ ਸਵਾਲ ਸੀ ਮੇਰਾ ਵੀ ਲੋਭ ਦਾ ਬਾਪ ਕੌਣ ਹੈ। ਤਾਂ ਲੜਕੀ ਕਹਿੰਦੀ, ਜਿਹੜਾ ਤੇਰੀ ਕੱਛ ਦੇ ਵਿੱਚ ਤੂੰ ਥੈਲਾ ਫੜਿਆ ਨਾ, ਇਹ ਤੇਰੇ ਪੰਜਵੇਂ ਸਵਾਲ ਦਾ ਜਵਾਬ ਹੈ। ਉਹ ਇੱਕਦਮ ਥੈਲੇ ਵੱਲ ਵੇਖਣ ਲੱਗ ਪਿਆ, ਕਹਿੰਦੀ ਇਹਨੂੰ ਖੋਲ ਤੇ ਪਤਾ ਲੱਗ ਜਾਏਗਾ। ਜਦੋਂ ਖੋਲਿਆ ਤੇ ਵਿੱਚ ਮਰਿਆ ਹੋਇਆ ਕਤੂਰਾ। ਕਹਿਣ ਲੱਗੀ, ਪੰਜਵਾਂ ਸਵਾਲ ਜੋ ਤੂੰ ਪੁੱਛਿਆ ਸੀ ਨਾ ਵੀ ਲੋਭ ਦਾ ਪਾਪ ਦਾ ਬਾਪ ਕੌਣ ਹੈ, ਲੋਭ ਦਾ ਬਾਪ ਕੌਣ ਹੈ, ਜਾਂ ਇਦਾਂ ਕਹਿ ਲਓ ਵੀ ਪਾਪ ਦਾ ਬਾਪ ਕੌਣ ਹੈ। ਤਾਂ ਪਾਪ ਦਾ ਬਾਪ ਹੈ ਲੋਭ, ਕਿ 500 ਰੁਪਏ ਦੇ ਲਾਲਚ ਪਿੱਛੇ ਤੂੰ ਇਹ ਨਹੀਂ ਪੁੱਛਿਆ ਵੀ ਇਹਦੇ 'ਚ ਕੀ ਹੈ, ਤੇ ਮਰਿਆ ਕੁੱਤਾ ਚੁੱਕ ਕੇ ਤੂੰ ਅੰਦਰ ਲੈ ਆਇਆ, ਉਹ ਵੀ ਆਪਣੇ ਕੱਪੜਿਆਂ ਨਾਲ ਲਾ ਕੇ ਕੱਛ ਵਿੱਚ ਬੜੇ ਸਾਂਭ ਕੇ ਲੈ ਕੇ ਆਇਆ, ਵੀ ਜਿਵੇਂ ਕੋਈ ਬੜੀ ਕੀਮਤੀ ਸ਼ੈ ਹੋਵੇ। ਪਾਪ ਦਾ ਬਾਪ ਲੋਭ ਹੈ, ਜਹਾਂ ਲੋਭ ਤਹ ਪਾਪ ਹੈ। ਜਿੱਥੇ ਲੋਭ ਹੋਵੇਗਾ ਉੱਥੇ ਪਾਪ ਹੋਵੇਗਾ ਹੀ ਹੋਵੇਗਾ, ਇਹ ਸੁਤੇ ਸਿੱਧ ਸੁਭਾਵਕ ਹੈ। ਇੱਥੇ ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਇਸੇ ਕਰਕੇ ਕਹਿ ਰਹੇ ਨੇ, ਕੂੜੇ ਲੁਭਾਇਆ ਤੋਹੋ ਮਾਇਆ ਕਰਹਿ ਪਾਪ ਅਮਿੱਤਿਆ, ਕਿ ਝੂਠ ਦੇ ਰੰਗ ਦੇ ਵਿੱਚ ਲੋਭੀ ਹੋਇਆ ਮਨੁੱਖ ਮਾਇਆ ਦੇ ਧੋਖੇ ਵਿੱਚ ਅਮਿੱਤ ਪਾਪ ਕਰਦਾ, ਵੀ ਜਿਨ੍ਹਾਂ ਪਾਪਾਂ ਦੀ ਮਿਣਤੀ ਕੋਈ ਨਹੀਂ ਵੀ ਕਿੰਨੇ ਕੁ ਪਾਪ ਨੇ।
ਅਮਿਤ ਪਾਪ, ਗਿਣਤੀ ਮਿਣਤੀ ਤੋਂ ਰਹਿਤ ਪਾਪ ਕਰਦਾ ਹੈ। ਤਨ ਭਸਮ ਢੇਰੀ ਜਮਹਿ ਹੇਰੀ ਕਾਲ ਬਪੁੜੈ ਜਿਤਿਆ। ਇਹ ਸਰੀਰ ਨੇ ਸੱਜਣਾ ਭਸਮ ਦੀ ਢੇਰੀ ਹੋ ਜਾਣਾ ਸਵਾਹ ਦੀ। ਜਮ ਤੈਨੂੰ ਰੋਜ਼ ਵੇਖਦਾ, ਜਮ ਤੈਨੂੰ ਰੋਜ਼ ਵੇਖਦਾ ਤੇ ਇੱਕ ਦਿਨ ਕਾਲ ਨੇ ਇਸ ਵਿਚਾਰੇ ਜੀਵ ਨੂੰ ਜਿੱਤ ਲੈਣਾ। ਜਦੋਂ ਕਾਲ ਨੇ ਇਸ ਜੀਵ ਨੂੰ ਜਿੱਤ ਲੈਣਾ ਹੈ, ਜਮ ਇਹਨੂੰ ਵੇਖ ਰਹੇ ਨੇ, ਕਹਿੰਦੇ ਉਸ ਵਕਤ ਇਹਦੇ ਤਨ ਨੇ ਭਸਮ ਦੀ ਢੇਰੀ ਬਣ ਕੇ ਮਿੱਟੀ 'ਚ ਗਰਕ ਹੋ ਜਾਣਾ। ਹਾਂਜੀ, ਮਾਲ ਜੋਬਨ ਛੋੜ ਵੈਸੀ ਰਹਿਓ ਪਹਿਨਣ ਖਾਇਆ। ਮਾਲ ਜੋਬਨ, ਜਿੰਨਾ ਮਾਲ ਸੰਪਦਾ ਵਿਭੂਤੀ ਜੋਬਨ ਜਵਾਨੀ, ਮਹਾਰਾਜ ਜੀ ਕਹਿੰਦੇ ਸਭ ਕੁਝ ਛੱਡ ਕੇ ਤੈਨੂੰ ਜਾਣਾ ਪੈਣਾ। ਮਾਲ ਜੋਬਨ ਛੋੜ ਵੈਸੀ, ਧਨ ਸੰਪਦਾ ਜਵਾਨੀ ਸਭ ਛੱਡ ਕੇ ਜਾਣਾ ਪਵੇਗਾ। ਰਹੋ ਪਹਿਨਣ ਖਾਇਆ, ਕਹਿੰਦੇ ਖਾਣਾ ਤੇ ਪਹਿਨਣਾ ਤੂੰ ਉਹਦੇ ਤੋਂ ਵੀ ਰਹਿਤ ਹੋ ਜਾਏਗਾ। ਜਿੰਨੇ ਪਹਿਨਣ ਵਾਸਤੇ ਬਸਤਰ ਇਕੱਤਰ ਕਰਕੇ ਰੱਖੇ ਨੇ, ਖਾਣ ਵਾਸਤੇ ਪਦਾਰਥ ਰੱਖੇ ਨੇ, ਇਹ ਸਭ ਇੱਥੇ ਧਰੇ ਧਰਾਏ ਰਹਿ ਜਾਣੇ ਆ ਜਦੋਂ ਕਾਲ ਨੇ ਤੂੰ ਭਸਮ ਦੀ ਢੇਰੀ ਬਣਾ ਦਿੱਤਾ। ਇਹ ਸਭ ਕੁਝ ਇੱਥੇ ਹੀ ਪਿਆ ਰਹਿ ਜਾਣਾ। ਇਹ ਸਭ ਕੁਝ ਛੱਡ ਕੇ ਸੱਜਣਾ ਤੈਨੂੰ ਜਾਣਾ ਪੈਣਾ। ਨਾਨਕ ਕਮਾਣਾ ਸੰਗ ਜੁਲਿਆ ਨਹਿ ਜਾਏ ਕਿਰਤ ਮਿਟਾਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਫਿਰ ਨਾਲ ਕੀ ਚੱਲਿਆ ਬਈ? ਜਵਾਨੀ ਇੱਥੇ ਰਹਿ ਗਈ, ਮਾਲ ਧਨ ਇੱਥੇ ਰਹਿ ਗਿਆ, ਖਾਣਾ ਪਹਿਨਣ ਵਾਲੇ ਕੱਪੜੇ ਬਸਤਰ ਸਭ ਇੱਥੇ ਰਹਿ ਗਏ, ਨਾਲ ਕੀ ਚੱਲਿਆ? ਤਾਂ ਮਹਾਰਾਜ ਜੀ ਕਹਿੰਦੇ ਨਾਲ ਚੱਲਿਆ ਜੋ ਤੂੰ ਕਮਾਇਆ ਸੀ। ਨਾਨਕ ਕਮਾਣਾ ਸੰਗ ਜੁਲਿਆ, ਜੁਲਿਆ ਕਹਿੰਦੇ ਨੇ ਚੱਲਣ ਨੂੰ। ਜੋ ਕਰਮ ਕਮਾਏ ਸੀ ਉਹ ਚੱਲੇ ਨੇ ਨਾਲ, ਕਿਉਂਕਿ ਤੇਰੀ ਕੀਤੀ ਹੋਈ ਜਿਹੜੀ ਕਿਰਤ ਹੈ ਨਾ, ਕੀਤੇ ਹੋਏ ਕਰਮ ਨੇ, ਇਹਨਾਂ ਨੂੰ ਕੋਈ ਮਿਟਾ ਨਹੀਂ ਸਕਦਾ। ਇਹ ਮਿਟਦੇ ਨਹੀਂ, ਇਹ ਚੱਲੇ ਨੇ ਨਾਲ, ਇਹ ਨਾਲ ਨਿਭਣੇ। ਹੁਣ ਉਹ ਤੂੰ ਵੇਖਣਾ ਵੀ ਤੂੰ ਇਹੋ ਜਿਹਾ ਕੀ ਕੀਤਾ ਜਿਹੜਾ ਤੇਰੇ ਨਾਲ ਜਾ ਰਿਹਾ। ਜੇ ਮਾੜੇ ਭੈੜੇ ਕਰਮਾਂ ਵਿੱਚ ਹੀ ਪ੍ਰਵਿਰਤ ਰਿਹਾ ਤੇ ਉਹ ਜਾ ਰਹੇ ਨੇ, ਜੇ ਭਲੇ ਕਰਮ ਕੀਤੇ ਨੇ ਤਾਂ ਉਹ ਜਾ ਰਹੇ ਨੇ, ਜਾਣੇ ਕਰਮ ਹੀ ਨੇ। ਕੱਲ ਵੀ ਮਹਾਰਾਜ ਜੀ ਨੇ ਭਾਦਰੋਂ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦਿਆਂ ਕਿਹਾ ਨਾ ਵੀ ਕਰਮਾ ਸੰਧੜਾ ਖੇਤ, ਜਿਹਾ ਬੀਜੈ ਸੋ ਲੁਣਾ। ਕਰਮਾ ਸੰਧੜਾ ਖੇਤ, ਇਹ ਸਰੀਰ ਕਰਮ ਭੂਮੀ ਹੈ, ਜਿਹੋ ਜਿਹਾ ਬੀਜ ਬੀਜੇਗਾ ਉਹੋ ਜਿਹਾ ਕੱਟਣਾ ਪਏਗਾ। ਜੋ ਬੀਜੇਗਾ ਉਹੀ ਹਾਸਲ ਕਰੇਗਾ। ਜੇ ਕਿੱਕਰ ਬੀਜਦਾ ਰਿਹਾ ਤੇ ਕਿੱਕਰ ਹੀ ਵੱਢਣੇ ਪੈਣੇ ਆ। ਬਜੌਰ ਦੀਆਂ ਦਾਖਾਂ ਨਹੀਂ ਜੇ ਲੱਭਣੀਆਂ। ਤੇ ਜੇ ਕਰਮ ਭਲੇ ਕੀਤੇ ਆ, ਚੰਗੇ ਕੀਤੇ ਆ, ਤੇ ਉਹਨਾਂ ਦਾ ਫਲ ਭਲਾ ਤੇਰੇ ਅੱਗੇ ਆਉਣਾ। ਜੇ ਮਾੜੇ ਕੀਤੇ ਆ ਤੇ ਮਾੜੇ ਕਰਮਾਂ ਦਾ ਫਲ ਅੱਗੇ ਆਉਣਾ। ਦੱਦਾ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਇਸ ਕਰਕੇ ਪਾਤਸ਼ਾਹ ਕਹਿੰਦੇ ਜੋ ਕਮਾਇਆ ਉਹੀ ਨਾਲ ਚੱਲਿਆ। ਨਾਨਕ ਕਮਾਣਾ ਸੰਗ ਜੁਲਿਆ, ਨਾਲ ਚੱਲਿਆ ਹੈ। ਨਹਿ ਜਾਏ ਕਿਰਤ ਮਿਟਾਇਆ, ਜੋ ਤੈਂ ਕੀਤਾ ਹੈ ਉਹਨੂੰ ਮਿਟਾਇਆ ਨਹੀਂ ਜਾ ਸਕਦਾ। ਦੁਨੀਆ 'ਚ ਤੂੰ ਕਿਸੇ ਨੂੰ ਰਿਸ਼ਵਤ ਦੇ ਕੇ ਆਪਣਾ ਹਿਸਾਬ ਕਿਤਾਬ ਖਤਮ ਕਰਾ ਸਕਦਾ, ਕਿਸੇ ਨੂੰ ਲਾਲਚ ਲੋਭ ਦੇ ਕੇ ਆਪਣੇ ਕਾਗਜ਼ ਪੜਵਾ ਸਕਦਾ, ਪਰ ਉੱਥੇ ਨਿਰੰਕਾਰ ਦੇ ਘਰ ਦੇ ਵਿੱਚ ਜੋ ਤੈਂ ਕੀਤਾ ਉਹ ਮਿਟਾਇਆ ਨਹੀਂ ਜਾਣਾ, ਉਹ ਤਾਂ ਭੋਗਣਾ ਹੀ ਪਵੇਗਾ। ਹਾਂ, ਜੇ ਤੂੰ ਰੱਬੀ ਰੰਗਾਂ ਵਿੱਚ ਰੰਗਿਆ ਰਿਹਾ ਤਾਂ ਤੇਰੇ ਸੰਚਿਤ ਤੇ ਕਿਰਿਆਮਾਨ ਕਰਮ ਵੀ ਨਸ਼ਟ ਹੋ ਜਾਣਗੇ, ਦਗਧ ਹੋ ਜਾਣਗੇ ਤੇ ਲੇਖੇ ਤੋਂ ਮੁੱਕ ਜਾਏਗਾ, ਮੁਕਤ ਹੋ ਜਾਏਗਾ। ਪਰ ਉਹ ਤਾਂ ਸੰਭਵ ਹੈ ਜੇ ਤੂੰ ਰੱਬੀ ਰੰਗਾਂ ਵਿੱਚ ਆਪਣੇ ਆਪ ਨੂੰ ਰੰਗ ਲਵੇਂ। ਤਾਂ ਧਰਮਰਾਜ ਨੇ ਆਪਣੇ ਦਰ ਤੋਂ ਕਾਗਜ਼ ਪਾੜਨੇ ਆ ਤੇਰੇ ਲੇਖੇ ਦੇ। ਧਰਮਰਾਏ ਦਰ ਕਾਗਜ਼ ਫਾਰੇ, ਜਨ ਨਾਨਕ ਲੇਖਾ ਸਮਝਾਓ। ਤਾਂ ਬਣਨੀ ਹੈ ਖੇਡ ਜੇ ਰੱਬੀ ਰੰਗਾਂ ਵਿੱਚ ਆਪਣੇ ਆਪ ਨੂੰ ਰੰਗ ਲਵੇਂ, ਪਰਮੇਸ਼ਰ ਦੇ ਭਜਨ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਵੇਂ,
ਫੇਰ ਇਸ ਲੇਖੇ ਤੋਂ ਬਚ ਸਕਦਾ ਹੈ। ਨਹੀਂ ਤਾਂ ਜੋ ਤੈਂ ਕਰਮ ਕਮਾਏ ਹਨ ਉਹੀ ਨਾਲ ਚੱਲੇ ਨੇ, ਔਰ ਤੇਰੀ ਉਹ ਕੀਤੀ ਹੋਈ ਕਿਰਤ ਨੂੰ ਕੋਈ ਨਹੀਂ ਮੇਟ ਸਕਦਾ। ਹਾਥੋ ਮਿਰਗ ਜਿਵੈ ਵੇਖ ਰੈਣ ਚੰਦਰਾਇਣ। ਜਦੋਂ ਰਾਤ ਦਾ ਸਮਾਂ ਹੁੰਦਾ ਹੈ ਤੇ ਸ਼ਿਕਾਰੀਆਂ ਨੇ ਹਿਰਨ ਫੜਨਾ ਹੋਵੇ ਨਾ, ਉਹ ਇੱਕ ਡੁਪਲੀਕੇਟ ਚੰਦਰਮਾ ਬਣਾ ਲੈਂਦੇ, ਫਿਰ ਘੰਡਾ ਹੇੜਾ ਵਜਾਉਂਦੇ ਆ ਤੇ ਉਹਦੀ ਆਵਾਜ਼ ਵੇਖ ਸੁਣ ਕੇ ਤੇ ਉਹ ਜਿਹੜਾ ਪ੍ਰਕਾਸ਼ ਜੀ ਵਰਗਾ ਚੰਦਰਮਾ ਹੁੰਦਾ ਉਹਨੂੰ ਵੇਖ ਕੇ ਰਾਤ ਦੇ ਹਨੇਰੇ 'ਚ ਹਿਰਨ ਦੌੜਿਆ ਆਉਂਦਾ ਤੇ ਸ਼ਿਕਾਰੀ ਦੇ ਜਾਲ ਵਿੱਚ ਉਹ ਫਸ ਜਾਂਦਾ। ਇਨ ਬਿਨ ਇਹੀ ਦਸ਼ਾ ਸਾਡੇ ਵਰਗੇ ਜੀਵਾਂ ਦੀ ਹੈ, ਮਨੁੱਖਾਂ ਦੀ ਹੈ। ਜਵਾਨੀ ਜਿਹੜੀ ਇਹ ਭਰ ਜਵਾਨੀ ਦੀ ਅਵਸਥਾ ਹੈ, ਇਹ ਹੈ ਰਾਤ ਦੀ ਤਸਬੀਹ ਦੇ ਨਾਲ ਇਹਨੂੰ ਜੋੜ ਲਓ ਵੀ ਜਿਵੇਂ ਰਾਇਣ ਰਾਤ ਹੁੰਦੀ ਆ ਉਦਾਂ ਇਹ ਭਰ ਜਵਾਨੀ। ਜਿਹੜੇ ਝੂਠੇ ਵਿਸ਼ੇ ਵਿਕਾਰਾਂ ਰੂਪੀ ਚੰਦਰਮਾ ਹੈ, ਜਿਹੜਾ ਝੂਠੇ ਨੇ ਉਹਨੂੰ ਇਹ ਵੇਖਦਾ ਤੇ ਭੈੜੀਆਂ ਬਾਤਾਂ, ਜਿਵੇਂ ਘੰਡੇ ਹੇੜੇ ਦੀ ਆਵਾਜ਼ ਸੁਣਦਾ ਨਾ ਹਿਰਨ ਤੇ ਪਹੁੰਚ ਜਾਂਦਾ ਉੱਥੇ, ਇਹ ਗੰਦੀਆਂ ਭੈੜੀਆਂ ਬਾਤਾਂ ਆਪਣੇ ਕੰਨਾਂ ਨਾਲ ਸੁਣ ਕੇ ਤੇ ਉਸ ਸ਼ਿਕਾਰੀ ਦੇ ਜਾਲ ਵਿੱਚ ਫਸ ਜਾਂਦਾ ਤੇ ਫਸਿਆ ਹੋਇਆ ਆਪਣੀ ਸਾਰੀ ਜ਼ਿੰਦਗੀ ਗਵਾ ਬੈਂਦਾ। ਹੈ ਸਭ ਕੁਝ ਝੂਠਾ ਹੀ ਸੀ। ਜਵਾਨੀ ਦਾ ਨਸ਼ਾ ਝੂਠਾ ਸੀ, ਵਿਸ਼ੇ ਵਿਕਾਰਾਂ ਰੂਪੀ ਚੰਦਰਮਾ ਝੂਠਾ ਸੀ, ਭੈੜੀਆਂ ਬਾਤਾਂ ਰੂਪੀ ਘੰਡੇ ਹੇੜੇ ਦੀ ਆਵਾਜ਼ ਝੂਠੀ ਸੀ। ਉਹਦੇ ਵਿੱਚ ਮੋਹਿਆ ਹੋਇਆ ਆਪਣੀ ਸਾਰੀ ਜ਼ਿੰਦਗੀ, ਜਿਵੇਂ ਕੋਈ ਹਿਰਨ ਕਿਸੇ ਜਾਲ ਵਿੱਚ ਫਸ ਜਾਂਦਾ ਹੈ, ਏਦਾਂ ਫਸਿਆ ਹੋਇਆ ਆਪਣਾ ਸਾਰਾ ਜੀਵਨ ਬਸਰ ਕਰ ਦਿੰਦਾ। ਸੁਖ ਹੋ ਦੁਖ ਭਏ ਨਿਤ ਪਾਪ ਕਮਾਏਣਾ। ਕਹਿੰਦੇ ਸੱਜਣਾ, ਜੇ ਤੂੰ ਨੇਤੀ ਪਾਪ ਕਮਾਵੇਂਗਾ ਨਾ, ਨੇਤੀ ਕਰੀ ਜਾਏਗਾ ਪਾਪ, ਤੇ ਇੱਕ ਦਿਨ ਐਸਾ ਆਵੇਗਾ ਵੀ ਤੇਰੇ ਜਿੰਨੇ ਸੁੱਖ ਨੇ ਸਾਰੇ ਦੁੱਖਾਂ 'ਚ ਤਬਦੀਲ ਹੋ ਜਾਣਗੇ। ਇਹ ਬੰਦੇ ਨੂੰ ਭੁਲੇਖਾ ਹੀ ਹੈ ਵੀ ਮੈਂ ਸਦਾ ਸੁਖੀ ਰਹੂੰ। ਤੇ ਅਕਸਰ ਕਈ ਕਹਿੰਦੇ ਸੁਣੀਦੇ ਨੇ ਫਲਾਣਾ ਬੰਦਾ ਇੰਨੇ ਪਾਪ ਕਰਦਾ ਫਿਰ ਵੀ ਸੁਖੀ ਹੈ, ਪਰ ਇੱਕ ਦਿਨ ਐਸਾ ਆਉਂਦਾ ਉਹਦੇ ਪਾਪ ਕਰਦਿਆਂ ਕਰਦਿਆਂ ਕਿ ਉਹਦੇ ਜਿੰਨੇ ਸੁੱਖ ਨੇ ਸਾਰੇ ਉਹਦੇ ਲਈ ਦੁੱਖ ਬਣ ਜਾਂਦੇ ਆ, ਉਹਦੇ ਲਈ ਦੁੱਖ ਰੂਪ ਹੋ ਜਾਂਦੇ ਨੇ। ਕਿਉਂਕਿ ਪਾਪ ਇਹੋ ਜਿਹਾ ਬੀਜ ਹੈ ਜਿਹਦੇ ਵਿੱਚੋਂ ਇੱਕ ਨਾ ਇੱਕ ਦਿਨ ਦੁੱਖਾਂ ਦਾ ਪੇਡਾ, ਦੁੱਖਾਂ ਦਾ ਦਰਖਤ ਉੱਗਣਾ ਹੀ ਉੱਗਣਾ, ਉਹਨੂੰ ਕੋਈ ਨਹੀਂ ਰੋਕ ਸਕਦਾ। ਜੇ ਪਾਪ ਹੀ ਕਰੀ ਜਾ ਰਿਹਾ ਦਿਨ ਰਾਤ, ਅਖੀਰ ਨੂੰ ਤਾਂ ਉਹ ਘੜਾ ਭਰੇਗਾ ਨਾ। ਔਰੰਗਜ਼ੇਬ ਨੇ ਕੋਈ ਥੋੜੇ ਪਾਪ ਨਹੀਂ ਸਨ ਕੀਤੇ, ਬਾਦਸ਼ਾਹ ਸੀ, ਅਖੀਰ ਨੂੰ ਉਹੀ ਸੁੱਖ ਉਹਦੇ ਲਈ ਦੁੱਖ ਹੋ ਗਏ। ਬਾਦਸ਼ਾਹ ਸ਼ਾਹਜਹਾਨ, ਉਹੀ ਸੁੱਖ ਉਹਦੇ ਲਈ ਦੁੱਖ ਹੋਏ। ਜੇਲ੍ਹ ਵਿੱਚ ਪਾਣੀ ਤੋਂ ਬਿਨਾਂ ਤੜਫਦਾ ਤੜਫਦਾ ਮਰ ਗਿਆ। ਜੇ ਪਾਪ ਕਮਾਏ ਨੇ ਤਾਂ ਕਮਾਏ ਹੋਏ ਪਾਪਾਂ ਦਾ ਬੀਜ ਇੱਕ ਦਿਨ ਉੱਗੇਗਾ ਤਾਂ ਇਹਦੇ ਜਿਤਨੇ ਸੁੱਖ ਨੇ, ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਫਿਰ ਦੁੱਖ ਭਏ, ਫਿਰ ਉਹ ਦੁੱਖਾਂ ਵਿੱਚ ਤਬਦੀਲ ਹੋ ਜਾਂਦੇ ਆ, ਸੁੱਖ ਹੀ ਦੁੱਖ ਬਣ ਜਾਂਦੇ ਆ। ਹਾਂਜੀ। ਪਾਪਾ ਕਮਾਣੇ ਛੱਡਹਿ ਨਾਹੀ, ਲੈ ਚੱਲੇ ਘੱਤ ਗਲਾਵਿਆ। ਜਿਹੜੇ ਪਾਪ ਕਰਮ ਕਮਾਏ ਨੇ ਨਾ, ਉਹ ਇਹਨੂੰ ਛੱਡਦੇ ਨਹੀਂ ਹਨ ਤੇ ਅਖੀਰ ਨੂੰ ਗਲ 'ਚ ਗਲਾਵਾਂ ਪਾ ਕੇ ਲੈ ਜਾਂਦੇ। ਜਿਵੇਂ ਕਹਿ ਦੇਣਾ ਵੀ ਗਲਾਵਾਂ ਪਾ ਕੇ ਅਗਲਿਆਂ ਨੇ ਫੜਨਾ, ਕਹਿੰਦੇ ਜਿਹੜੇ ਜੰਮ ਨੇ ਫਿਰ ਅੰਤ ਨੂੰ ਗਲਾਵਾਂ ਪਾ ਕੇ ਘੱਤ ਕੇ ਲੈ ਕੇ ਚਲੇ ਜਾਂਦੇ। ਗਲ ਸੰਗਲ ਘੱਤ ਚਲਾਇਆ, ਸੰਗਲ ਪਾ ਕੇ ਗਲਾਵਾਂ ਪਾ ਕੇ ਲੈ ਜਾਂਦੇ ਆ। ਜਿਹੜੇ ਪਾਪ ਕੀਤੇ ਹੋਏ ਨੇ ਉਹ ਇਹਨੂੰ ਛੱਡਦੇ ਨਹੀਂ, ਇਹਨੂੰ ਪੂਰਾ ਹਿਸਾਬ ਕਿਤਾਬ ਇਹਨੂੰ ਨਿਬੇੜਨਾ ਪੈਂਦਾ, ਉਹਨਾਂ ਦਾ ਲੇਖਾ ਜੋਖਾ ਭੋਗਣਾ ਪੈਂਦਾ। ਹਾਂਜੀ। ਹਰ ਚੰਦਾਉਰੀ ਦੇਖ ਮੂਠਾ,
ਕੂੜ ਸੇਜਾ ਰਾਵਿਆ। ਹਰ ਚੰਦੌਰੀ ਕਹਿੰਦੇ ਨੇ ਵੀ ਜਿਹੜੀ ਆਕਾਸ਼ ਵਿੱਚ ਗੰਧਰਵ ਨਗਰੀ ਹੁੰਦੀ ਝੂਠੀ, ਦਿਸਦੀ ਹੈ ਪਰ ਹੁੰਦੀ ਨਹੀਂ। ਬੱਦਲਬਾਈ ਜੀ ਦੇ ਸਮੇਂ ਅਚਾਨਕ ਕਿਤੇ ਸੂਰਜ ਉਦੇ ਹੋਣ ਲੱਗ ਪਵੇ ਤੇ ਆਕਾਸ਼ ਵਿੱਚ ਇੱਕ ਸਤਰੰਗੀ ਪੀਂਘ ਜੀ ਨਜ਼ਰ ਆਉਂਦੀ। ਕੀ ਉਹ 7 ਰੰਗ ਆਕਾਸ਼ ਵਿੱਚ ਹੁੰਦੇ ਆ? ਨਹੀਂ, ਆਕਾਸ਼ ਦਾ ਤਾਂ ਕੋਈ ਰੰਗ ਹੈ ਹੀ ਨਹੀਂ, ਪਰ ਨਜ਼ਰ ਆ ਰਹੇ ਨੇ। ਉਹ ਸਾਡੀਆਂ ਅੱਖਾਂ ਦਾ ਹੀ ਇੱਕ ਪ੍ਰਕਾਰ ਦਾ ਭਰਮ ਹੈ। ਇਸੇ ਤਰ੍ਹਾਂ ਇਹ ਸੰਸਾਰ ਜਿਤਨਾ ਇਹ ਹਰ ਚੰਦੌਰੀ ਹੈ ਨਹੀਂ ਪਰ ਦਿਸ ਰਿਹਾ। ਇਸ ਹਰ ਚੰਦੌਰੀ ਰੂਪੀ ਸੰਸਾਰ ਦੇ ਪਦਾਰਥਾਂ ਨੂੰ ਵੇਖ ਕੇ ਇਹ ਜੀਵ ਮੂਠਾ ਕਹਿੰਦੇ ਨੇ, ਠੱਗਿਆ ਹੋਇਆ, ਇਹ ਠੱਗਿਆ ਜਾਂਦਾ ਹੈ। ਕੂੜ ਸੇਜਾ ਰਾਵਿਆ, ਤੇ ਜਿਹੜੀ ਝੂਠ ਦੀ ਸੇਜ ਹੈ ਉਸ ਨੂੰ ਰਾਵਣ ਦਾ ਯਤਨ ਕਰਦਾ, ਝੂਠ ਨੂੰ ਜੋ ਹੈ ਹੀ ਨਹੀਂ ਉਹਨੂੰ ਭੋਗਣ ਦਾ ਯਤਨ ਕਰਦਾ। ਇਹੋ ਜਿਹਾ ਇਹ ਵਰਤਾਰਾ ਹੈ। ਲੱਭ ਲੋਭ ਅਹੰਕਾਰ ਮਾਤਾ, ਗਰਭ ਭਇਆ ਸਮਾਇਣਾ। ਲਾਲਚ ਤੇ ਲੋਭ ਤੇ ਹੰਕਾਰ ਦੇ ਵਿੱਚ ਜੀਵ ਮਾਤਾ ਮਸਤ ਹੋਇਆ ਫਿਰਦਾ। ਇੱਥੇ ਮੰਮੇ ਨੂੰ ਕੰਨਾ, ਤੱਤੇ ਨੂੰ ਕੰਨਾ ਸ਼ਬਦ ਲਿਖਿਆ ਹੈ। ਜੇ ਮਾਤਾ ਕਹਿਣਾ ਹੋਵੇ ਤਾਂ ਉਹ ਵੀ ਇਦਾਂ ਹੀ ਲਿਖਿਆ ਜਾਣਾ। ਜੇ ਪੋਲਾ ਬੋਲਾਂਗੇ ਮਾਤਾ ਤੇ ਮਾਂ ਦਾ ਵਾਚਕ ਹੋਵੇਗਾ, ਪਰ ਇੱਥੇ ਮਸਤ ਦਾ ਵਾਚਕ ਮਾਤਾ ਥੋੜਾ ਜਿਹਾ ਖਿੱਚ ਕੇ ਬੋਲਿਆ ਜਾਂਦਾ ਨਾ, ਜਿਵੇਂ ਗਿਆਨੀ ਜੀ ਨੇ ਪਾਠ ਕੀਤਾ, ਮਾਤਾ ਮਸਤ ਲਿਖਿਆ ਇੱਕੋ ਜਿਹਾ ਹੀ ਹੈ। ਇਸ ਕਰਕੇ ਕਹਿੰਦੇ ਵੀ ਸੰਥਿਆ ਗੁਰਬਾਣੀ ਦੀ ਕਰਨੀ ਚਾਹੀਏ। ਕਿਹੜੇ ਸ਼ਬਦ ਦਾ ਉਚਾਰਨ ਕਿਸ ਵੇਲੇ ਕਿਸ ਜਗ੍ਹਾ ਤੇ ਕਿਵੇਂ ਕਰਨਾ, ਉਹ ਕੋਈ ਉਸਤਾਦ ਗੁਰਬਾਣੀ ਨੂੰ ਜਾਣਕਾਰ ਉਹੀ ਦੱਸ ਸਕਦਾ। ਤੋ ਇੱਥੇ ਮਾਤਾ ਸ਼ਬਦ ਖਿੱਚ ਕੇ ਲੱਭ ਲੋਭ ਹੰਕਾਰ ਮਾਤਾ, ਲਾਲਚ ਦੇ, ਲੋਭ ਦੇ, ਹੰਕਾਰ ਵਿੱਚ ਜੀਵ ਮਾਤਾ ਮਸਤ ਹੋ ਰਿਹਾ। ਗਰਭ ਭਇਆ ਸਮਾਇਣ, ਤੇ ਹੰਕਾਰ ਦੇ ਵਿੱਚ ਸਮਾਇਆ ਹੋਇਆ। ਹੰਕਾਰ 'ਚ ਇਹਦੀ ਜ਼ਿੰਦਗੀ ਬੀਤਦੀ ਹੈ, ਹਉਮੈ ਵਿੱਚ, ਹੈਂਕੜ ਵਿੱਚ ਹੀ ਸਾਰਾ ਜੀਵਨ ਇਹਦਾ ਬੀਤ ਜਾਂਦਾ। ਨਾਨਕ ਮਿਰਗ ਅਗਿਆਨ ਬਿਨਸੇ, ਨਹਿ ਮਿਟੈ ਆਵਣ ਜਾਇਣਾ। ਧੰਨ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ ਨੇ ਕਿ ਇਹ ਜੀਵ ਹਿਰਨ ਵਾਂਗੂ ਹੈ। ਤੇ ਜਿਵੇਂ ਕੋਈ ਹਿਰਨ ਨਹੀਂ ਫਸ ਜਾਂਦਾ ਕਿਸੇ ਜਾਲ 'ਚ ਸ਼ਿਕਾਰੀ ਦੇ, ਕਹਿੰਦੇ ਇਹ ਅਗਿਆਨ ਰੂਪੀ ਸ਼ਿਕਾਰੀ ਦੇ ਜਾਲ ਵਿੱਚ ਫਸਿਆ ਹੋਇਆ ਜੀਵ ਮਿਰਗ ਹੈ ਤੇ ਅਖੀਰ ਨੂੰ ਬਿਨਸ ਜਾਂਦਾ। ਇਹਦਾ ਆਵਾ ਗੌਣ ਨਹੀਂ ਮਿਟਦਾ, ਇਹ ਬਾਰ-ਬਾਰ ਅਗਿਆਨ ਕਰਕੇ ਹੀ ਜੰਮਦਾ ਮਰਦਾ ਰਹਿੰਦਾ। ਜੀਵ ਦੇ ਜਨਮ ਮਰਨ ਦਾ ਕਾਰਨ ਕੀ ਹੈ? ਅਗਿਆਨ। ਜਦੋਂ ਗਿਆਨ ਹੋ ਜਾਏ ਵੀ ਮੈਂ ਆਤਮਾ ਹਾਂ, ਫਿਰ ਉੱਥੇ ਤੇ ਆਵਣ ਜਾਣ ਰਹਿੰਦਾ ਹੀ ਨਹੀਂ। ਆਵਣ ਜਾਣ ਉਦੋਂ ਹੈ ਜਦੋਂ ਅਸੀਂ ਆਪਣੇ ਆਪ ਨੂੰ ਸਰੀਰ ਮੰਨਦੇ ਹਾਂ, ਜੀਵ ਮੰਨਦੇ ਹਾਂ, ਤੇ ਸਰੀਰ ਨੇ ਆਉਣਾ ਵੀ ਹੈ, ਜਾਣਾ ਵੀ ਹੈ। ਜਦੋਂ ਇਹ ਜਾਣ ਲਵਾਂਗੇ ਵੀ ਮੈਂ ਸਰੀਰ ਨਹੀਂ, ਮੈਂ ਇਸ ਸਰੀਰ 'ਚ ਰਹਿਣ ਵਾਲਾ, ਇਹਦਾ ਚੇਤਨ ਆਤਮਾ ਸਵਰੂਪ ਜੋਤ ਰੂਪ ਆ, ਉਸ ਨੂੰ ਜਦੋਂ ਜਾਣਾਂਗੇ ਫਿਰ ਉਹਦਾ ਆਵਣ ਜਾਣ ਨਹੀਂ ਹੁੰਦਾ। ਆਤਮਾ ਤਾਂ ਨਹੀਂ ਆਉਂਦੀ ਜਾਂਦੀ, ਉਹ ਤਾਂ ਜਨਮ ਮਰਨ ਵਿੱਚ ਨਹੀਂ ਆਉਂਦੀ, ਸਰੀਰ ਹੀ ਆਉਂਦਾ ਜਾਂਦਾ ਨਾ ਜਨਮ ਮਰਨ ਵਿੱਚ। ਇਸ ਕਰਕੇ ਕਹਿੰਦੇ ਅਗਿਆਨ ਦੇ ਵਸੀਕਾਰ ਹੋਇਆ ਇਹ ਮਨੁੱਖ ਅਗਿਆਨ ਰੂਪੀ ਸ਼ਿਕਾਰੀ ਦੇ ਜਾਲ ਵਿੱਚ ਹਿਰਨ ਵਾਂਗੂ ਫਸ ਗਿਆ, ਮਰ ਗਿਆ, ਬਿਨਸ ਗਿਆ, ਫਿਰ ਆਇਆ, ਫਿਰ ਗਿਆ। ਏਦਾਂ ਇਹਦਾ ਆਵਾ ਗੌਣ ਨਹੀਂ ਮਿਟਦਾ। ਮਿੱਠਾ ਮੱਖ ਮੁਆ ਕਿਉ ਲਈ ਉਹ ਡਾਰੀ। ਕਹਿੰਦੇ ਮਿੱਠਾ ਵੇਖ ਕੇ ਮੱਖੀਆਂ ਗੁੜ ਨੂੰ ਖਾਣ ਜਾਂਦੀਆਂ। ਗੁੜ ਹੁੰਦਾ ਗਿੱਲਾ ਤੇ ਉਹਦੇ ਵਿੱਚ ਪੈਰ ਖੁੱਭ ਜਾਂਦੇ ਨੇ, ਉੱਤੇ ਹੀ ਚਿੰਬੜ ਕੇ ਮਰ ਜਾਂਦੀਆਂ। ਗਈਆਂ ਦਾ ਗੁੜ ਖਾਣ ਤੇ ਅਖੀਰ ਨੇ ਗੁੜ ਨਹੀਂ ਉਹਨਾਂ ਨੂੰ ਖਾ ਲਿਆ। ਗੁੜ ਸਾ ਮੱਖੀ ਖਾਇਆ, ਗੁੜ ਨਹੀਂ ਮੱਖੀ ਨੂੰ ਖਾ ਲਿਆ। ਚੱਲੀ ਤਾਂ ਮੱਖੀ ਗੁੜ ਖਾਣ ਸੀ।
ਜਿੰਨੇ ਸੰਸਾਰ ਦੇ ਪਦਾਰਥ ਸਨ ਇਹ ਤਾਂ ਦਿੱਤੇ ਸੀ ਪਰਮੇਸ਼ਰ ਨੇ ਜੀਵ ਦੀ ਸਹੂਲਤ ਲਈ, ਕਿ ਇਸ ਮਨੁੱਖ ਨੂੰ ਜੀਵਨ ਵਾਸਤੇ ਚਾਹੀਦੇ ਨੇ, ਪਰ ਮਨੁੱਖ ਨੇ ਆਪਣਾ ਜੀਵਨ ਹੀ ਉਹਨਾਂ ਵਾਸਤੇ ਬਣਾ ਲਿਆ। ਯਾਨੀ ਕਿ ਪਦਾਰਥਾਂ ਨੂੰ ਤਾਂ ਇਹਨੇ ਕੀ ਖਾਣਾ ਸੀ, ਪਦਾਰਥ ਹੀ ਇਹਨੂੰ ਖਾ ਗਏ, ਪਦਾਰਥ ਹੀ ਇਹਨੂੰ ਭੱਖ ਗਏ। ਉਹਨਾਂ ਪਦਾਰਥਾਂ ਵਿੱਚ ਲੱਗ ਕੇ ਪਦਾਰਥਵਾਦੀ ਬਿਰਤੀ ਬਣਾ ਕੇ ਸਾਰੀ ਜ਼ਿੰਦਗੀ ਅਜਾਈ ਬਤੀਤ ਕਰ ਦਿੱਤੀ ਜੀਵ ਨੇ। ਕਹਿੰਦੇ ਜਿਵੇਂ ਮੱਖ ਮਿੱਠਾ ਵੇਖ ਕੇ ਗੁੜ ਵੇਖ ਕੇ ਚੱਲੀ ਸੀ ਗੁੜ ਖਾਣ, ਪਰ ਗਿੱਲਾ ਗੁੜ ਉੱਤੇ ਪੈਰ ਚੰਬੜੇ ਤੇ ਵਿੱਚੇ ਹੀ ਪਚ ਕੇ ਮਰ ਗਈ। ਗੁੜ ਨੇ ਹੀ ਉਸ ਮੱਖੀ ਨੂੰ ਉਲਟਾ ਖਾ ਲਿਆ। ਹਸਤੀ ਗਰਤ ਪਿਆ ਕਿਉ ਤਰੀਐ ਤਾਰੀ। ਹਸਤੀ ਕਹਿੰਦੇ ਨੇ ਹਾਥੀ ਨੂੰ। ਕਹਿੰਦੇ ਜਦੋਂ ਹਾਥੀ ਟੋਏ 'ਚ ਡਿੱਗਦਾ ਨਾ, ਸ਼ਿਕਾਰੀ ਫੜਦੇ ਨੇ ਹਾਥੀ ਨੂੰ, ਟੋਆ ਪੁੱਟ ਲੈਂਦੇ ਬੜਾ ਡੂੰਘਾ, ਉੱਤੇ ਕੱਖ ਕੰਡਾ ਜਿਹਾ ਰੱਖ ਕੇ ਵੀ ਟੋਆ ਹੈ ਨਹੀਂ ਏਦਾਂ ਉੱਤੋਂ ਬਣਾ ਦਿੰਦੇ। ਅਗਲੇ ਪਾਸੇ ਉਹਦੇ ਪਾਰਲੇ ਪਾਸੇ ਟੋਏ ਦੇ ਕਾਗਜ਼ਾਂ ਦੀ ਇੱਕ ਹਸਤਨੀ ਬਣਾ ਕੇ ਖੜੀ ਕਰ ਦਿੰਦੇ। ਹਾਥੀ ਬੌਰਾ ਹੋਇਆ ਸਪਰਸ਼ ਦੀ ਇੱਛਾ ਲੈ ਕੇ ਆਉਂਦਾ ਤਾਂ ਉਸ ਟੋਏ ਵਿੱਚ ਧੜਮ ਦੇ ਕੇ ਡਿੱਗ ਪੈਂਦਾ। ਕਈ ਦਿਨ ਉਸ ਟੋਏ 'ਚ ਰੱਖਦੇ ਆ ਮਾਵਤ ਉਹਨੂੰ ਸ਼ਿਕਾਰੀ, ਕਈ ਦਿਨ ਭੁੱਖਾ ਰੱਖਦੇ, ਕਮਜ਼ੋਰ ਹੋ ਜਾਂਦਾ। ਉਹਨੂੰ ਫਿਰ ਆਪਣੀ ਬੋਲੀ ਸਿਖਾਉਂਦੇ, ਆਪਣੀਆਂ ਆਦਤਾਂ ਸਿਖਾਉਂਦੇ, ਫਿਰ ਜਾ ਕੇ ਉਸ ਟੋਏ 'ਚੋਂ ਉਹਨੂੰ ਬਾਹਰ ਕੱਢਦੇ। ਪਰ ਆਪਣੇ ਆਪ ਉਹ ਹਾਥੀ ਵਿੱਚੋਂ ਨਿਕਲ ਨਹੀਂ ਸਕਦਾ ਜਦੋਂ ਡਿੱਗ ਪਏ। ਮਹਾਰਾਜ ਜੀ ਕਹਿੰਦੇ ਜਿਵੇਂ ਹਾਥੀ ਟੋਏ 'ਚ ਡਿੱਗ ਪਏ ਕਿਉਂ ਤਰੀਆ ਤਾਰੀ। ਹੁਣ ਕਿਵੇਂ ਵਿੱਚੋਂ ਬਾਹਰ ਨਿਕਲੇ, ਕਿਵੇਂ ਤਰੇ ਬਾਹਰ ਜਦੋਂ ਟੋਏ 'ਚ ਡਿੱਗ ਪਿਆ। ਏਦਾਂ ਮਨੁੱਖ ਜੀਵ ਇਹ ਹਾਥੀ ਹੈ ਤੇ ਜਿਤਨੇ ਸੰਸਾਰ ਦੇ ਵਿਸ਼ੇ ਵਿਕਾਰ ਨੇ ਉਹ ਟੋਆ ਹੈ। ਉਸ ਟੋਏ ਵਿੱਚ ਜੀਵ ਡਿੱਗਿਆ ਹੋਇਆ ਹਾਥੀ ਬਣ ਕੇ ਆਪਣੇ ਆਪ ਹੁਣ ਕਿਵੇਂ ਨਿਕਲੇ, ਕਿਵੇਂ ਤਰੇ, ਇਹ ਤਾਂ ਹੁਣ ਗੁਰੂ ਬਾਂਹ ਫੜ ਕੇ ਖਿੱਚੇ ਵਿੱਚੋਂ ਤੇ ਤਾਂ ਨਿਕਲ ਸਕਦਾ। ਸਤਿਗੁਰੂ ਜੀ ਕੱਢਣ ਤਾਂ ਨਿਕਲ ਸਕਦਾ, ਨਹੀਂ ਤਾਂ ਭਗਤ ਜੀ ਕਹਿੰਦੇ ਬਿਖੈ ਬਿਖੈ ਕੀ ਬਾਸ਼ਨਾ ਤਜੀ ਨਹਿ ਜਾਈ, ਅਨਕ ਜਤਨ ਕਰ ਰਾਖੀਐ ਫਿਰ ਲਪਟਾਈ। ਵਾਹਿਗੁਰੂ ਇਹਨਾਂ ਵਿਸ਼ਿਆਂ ਵਿਕਾਰਾਂ ਦੀ ਵਾਸ਼ਨਾ ਸਾਡੇ ਕੋਲੋਂ ਤਜੀ ਨਹੀਂ ਜਾਂਦੀ। ਅਨੇਕਾਂ ਯਤਨ ਕਰਕੇ ਅਸੀਂ ਆਪਣੇ ਆਪ ਨੂੰ ਰੋਕਦੇ ਹਾਂ, ਮੁੜ ਮੁੜ ਕੇ ਫਿਰ ਮਨ ਲੰਪਟ ਹੁੰਦਾ। ਗ੍ਰਹਿ ਤਜ ਬਨਖੰਡ ਜਾਈਐ ਚੁਨ ਖਾਈਐ ਕੰਦਾ, ਜੂੰ ਵਿਕਾਰ ਨ ਛੋੜਈ ਪਾਪੀ ਮਨ ਮੰਦਾ, ਕਿਉਂ ਛੂਟੋਂ ਕੈਸੇ ਤਰੋਂ ਭਵਜਲ ਨਿਦ ਭਾਰੀ, ਰਾਖ ਰਾਖ ਮੇਰੇ ਬੀਠਲਾ ਜਨ ਸ਼ਰਨ ਤੁਮਾਰੀ। ਅਖੀਰ ਨੂੰ ਬੇਨਤੀ ਕਰਨੀ ਪੈਣੀ ਹੈ, ਮਹਾਰਾਜ ਰੱਖ ਲਓ। ਜਿਵੇਂ ਭਾਈ ਮੰਝ ਖੂਹ 'ਚ ਡਿੱਗਾ ਤੇ ਮੇਰੇ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਭਾਈ ਮੰਝ ਨੂੰ ਖੂਹ 'ਚੋਂ ਬਾਹਰ ਕੱਢਿਆ ਸੀ ਨਾ, ਬਸ ਇਹੀ ਖੇਡ ਹੈ ਇਸ ਵਿਸ਼ੇ ਵਿਕਾਰਾਂ ਦੇ ਖੂਹ ਵਿੱਚ ਡਿੱਗਿਆ ਹੋਇਆਂ ਨੂੰ ਸਤਿਗੁਰੂ ਜੀ ਨੇ ਕਿਰਪਾ ਕਰਕੇ ਬਾਹਰ ਕੱਢਣਾ। ਨਹੀਂ ਤਾਂ ਆਪਣੇ ਆਪ ਕਹਿੰਦੇ ਹਾਥੀ ਕਿੰਨਾ ਬਲੀ ਹੁੰਦਾ, ਉਸ ਟੋਏ 'ਚੋਂ ਬਾਹਰ ਨਹੀਂ ਨਿਕਲ ਸਕਦਾ। ਕਿਵੇਂ ਤਰੇ ਉਹਦੇ ਵਿੱਚੋਂ, ਕਿਵੇਂ ਬਾਹਰ ਨਿਕਲੇ। ਤਰਨ ਦੁਹੇਲਾ ਭਇਆ ਖਿਨ ਮਹਿ, ਖਸਮ ਚਿਤ ਨ ਆਇਓ। ਕਹਿੰਦੇ ਤਰਨ ਦੁਹੇਲਾ ਭਇਆ, ਔਖਾ ਹੋ ਗਿਆ ਤਰਨਾ। ਦੁਹੇਲਾ ਕਹਿੰਦੇ ਨੇ ਮੁਸ਼ਕਲ ਨੂੰ, ਔਖੇ ਨੂੰ। ਖਿਨ ਮਹਿ ਖਸਮ ਚਿਤ ਨਾ ਆਇਓ, ਕਹਿੰਦੇ ਕਿਵੇਂ ਤਰੇਗਾ। ਕਦੇ ਇੱਕ ਖਿੰਨ ਮਾਤਰ ਵੀ ਇਹਨੂੰ ਰੱਬ ਤਾਂ ਚੇਤੇ ਆਇਆ ਨਹੀਂ। ਜਿਹਨੇ ਕਦੇ ਇੱਕ ਖਿੰਨ ਮਾਤਰ ਵੀ ਰੱਬ ਨੂੰ ਚੇਤੇ ਨਹੀਂ ਕੀਤਾ, ਉਹਦਾ ਤਰਨਾ ਔਖਾ, ਨਹੀਂ ਤਰ ਸਕਦਾ ਉਹ। ਤਰਨ ਦੁਹੇਲਾ ਪਿਆ, ਉਹਦਾ ਤਰਨਾ ਔਖਾ, ਉਹ ਨਹੀਂ ਜੇ ਤਰ ਸਕਦਾ ਜਿਹਨੂੰ ਕਦੇ ਇੱਕ ਖਿੰਨ ਮਾਤਰ ਵੀ ਰੱਬ ਚੇਤੇ ਨਹੀਂ ਆਉਂਦਾ। ਤੇ ਜੇ ਕਿਤੇ ਕਿਸੇ ਦਾ ਇੱਕ ਖਿੰਨ ਮਾਤਰ ਛਿੰਨ ਮਾਤਰ ਵੀ ਪਰਮੇਸ਼ਰ ਦੇ ਚਰਨਾਂ 'ਚ ਚਿੱਤ ਜੁੜ ਗਿਆ, ਮਹਾਰਾਜ ਜੀ ਕਹਿੰਦੇ ਉਹ ਮੁੜ ਕੇ ਕਾਲ ਫਾਂਸੀ ਵਿੱਚ ਨਹੀਂ ਆਉਂਦਾ। ਏਕ ਚਿੱਤ ਜਿਹੇ ਏਕ ਛਿੰਨ ਧਿਆਇਓ, ਕਾਲ ਫਾਂਸ ਕੇ ਵਿੱਚ ਨਾ ਆਇਓ। ਉਹ ਮੁੜ ਕੇ ਕਾਲ ਦੀ ਫਾਈ ਵਿੱਚ ਨਹੀਂ ਆਉਂਦਾ। ਤੇ ਜਿਹਨੇ ਕਦੇ ਇੱਕ ਖਿੰਨ ਮਾਤਰ ਵੀ ਰੱਬ ਨੂੰ ਯਾਦ ਨਹੀਂ ਕੀਤਾ, ਕਦੇ ਉਹਨੂੰ ਚੇਤੇ ਨਹੀਂ ਕੀਤਾ,
ਤੇ ਅਖੀਰ ਨੂੰ ਕੋਈ ਕਹੇ ਵੀ ਉਹ ਤਰ ਜਾਏਗਾ, ਪਾਤਸ਼ਾਹ ਕਹਿੰਦੇ ਹੋ ਨਹੀਂ ਸਕਦਾ, ਉਹ ਨਹੀਂ ਤਰ ਸਕਦਾ। ਭਾਵੇਂ ਰਾਗੀ ਸਿੰਘ ਉਹਦੇ ਵਾਸਤੇ ਜਿੰਨੇ ਮਰਜ਼ੀ ਸ਼ਬਦ ਪੜਨ ਤੇ ਆਖਣ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਜੇ ਸਾਰੀ ਜ਼ਿੰਦਗੀ ਪਾਪ ਹੀ ਕੀਤੇ ਆ, ਕਦੇ ਗੁਰਮੁਖਾਂ ਵਾਲਾ ਕੋਈ ਕਰਮ ਕੀਤਾ ਹੀ ਨਹੀਂ, ਤੇ ਉਹਦਾ ਤਰਨਾ ਔਖਾ ਹੈ ਭਾਈ, ਨਹੀਂ ਤਰ ਸਕਦਾ। ਗਰੀਬ ਨਵਾਜ ਦਇਆਨੰਦ ਸਵਾਮੀ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਈ, ਜਿਨ੍ਹਾਂ ਨੂੰ ਇੱਕ ਖਿੰਨ ਮਾਤਰ ਰੱਬ ਚੇਤੇ ਨਹੀਂ ਆਉਂਦਾ, ਉਹਨਾਂ ਦਾ ਤਰਨਾ ਦੁਹੇਲਾ ਔਖਾ ਹੈ। ਦੁਖਾ ਸਜਾਈ ਗਣਤ ਨਾਹੀ, ਕੀਆ ਆਪਣਾ ਪਾਇਓ। ਕਹਿੰਦੇ ਦੁੱਖਾਂ ਦੀ ਇਹੋ ਜੀ ਸਜ਼ਾ ਮਿਲਦੀ ਆ ਉਸ ਮਨਮੁਖ ਨੂੰ, ਇੰਨੀਆਂ ਸਜ਼ਾਵਾਂ ਮਿਲਦੀਆਂ ਨੇ ਵੀ ਗਿਣਤੀ ਨਹੀਂ ਹੁੰਦੀ ਉਹਨਾਂ ਦੀ, ਗਣਤ ਨਾਹੀ, ਗਿਣੀਆਂ ਨਹੀਂ ਜਾਂਦੀਆਂ, ਇੰਨੀਆਂ ਸਜ਼ਾਵਾਂ ਭੋਗਣੀਆਂ ਪੈਂਦੀਆਂ, ਔਰ ਆਪਣਾ ਕੀਤਾ ਪਾਣਾ ਪੈਂਦਾ ਉਹਨਾਂ ਨੂੰ, ਜੋ ਕੀਤਾ ਉਹੀ ਭੋਗਣਾ ਪੈਂਦਾ ਹੈ। ਬੁਝਾ ਕਮਾਣਾ ਪ੍ਰਗਟ ਹੋਆ, ਈਤ ਉਤ ਹੈ ਖੁਆਰੀ। ਜਿਹੜਾ ਦੁਨੀਆ ਦੀਆਂ ਅੱਖਾਂ ਤੋਂ ਓਹਲੇ ਕਰਕੇ ਲੁਕ ਲੁਕ ਕੇ ਪਾਪ ਕਮਾਏ ਸੀ ਨਾ, ਗੁੱਜਾ ਦਾ ਮਤਲਬ ਹੁੰਦਾ ਲੁਕ ਕੇ ਕਮਾਏ ਹੋਏ ਪਾਪ, ਛਿਪ ਕੇ। ਕੋਈ ਬੰਦਾ ਪਾਪੀ ਹੋਵੇ, ਉਹ ਕਦੇ ਦੁਨੀਆ ਦੀ ਅੱਖਾਂ ਦੇ ਸਾਹਮਣੇ ਥੋੜੀ ਪਾਪ ਕਮਾਉਂਦਾ, ਲੁਕ ਛਿਪ ਕੇ ਕਰਦਾ। ਕਹਿੰਦੇ ਲੁਕ ਕੇ ਛਿਪ ਕੇ ਜਿਹੜੇ ਪਾਪ ਕਮਾਏ ਸੀ, ਉਹ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਗਟ ਹੋ ਗਏ, ਪ੍ਰਗਟ ਹੋ ਜਾਂਦੇ ਉੱਥੇ ਸਾਹਮਣੇ, ਐਨ CCTV ਕੈਮਰੇ ਦੇ ਵਿੱਚ ਜਿਵੇਂ ਰਿਕਾਰਡਿੰਗ ਆਉਂਦੀ ਆ ਨਾ, ਇਹਦੇ ਵਿੱਚ ਤਾਂ ਬਹੁਤ ਕੁਝ ਕਈ ਵਾਰੀ ਨਹੀਂ ਦਿਸਦਾ, ਉੱਥੇ ਪਲ ਪਲ ਘੜੀ ਘੜੀ ਦਾ ਲੇਖਾ ਹਿਸਾਬ ਕਿਤਾਬ ਸਭ ਕੁਝ ਇਹਦੇ ਸਾਹਮਣੇ ਆ ਜਾਣਾ। ਤੇ ਪਾਤਸ਼ਾਹ ਕਹਿੰਦੇ ਫਿਰ ਉਹ ਜੋ ਕਮਾਏ ਸੀ ਨਾ ਪਾਪ, ਉਹਨਾਂ ਕੀਤੇ ਹੋਏ ਪਾਪਾਂ ਕਰਕੇ ਇੱਥੇ ਤੇ ਉੱਥੇ ਈਦ ਉਤ ਹੈ ਖੁਆਰੀ, ਇੱਥੇ ਵੀ ਔਰ ਉੱਥੇ ਦੋਹਾਂ ਜਹਾਨਾਂ 'ਚ ਫਿਰ ਇਹਨੂੰ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ। ਇਹ ਜੀਵ ਖੁਆਰ ਹੁੰਦਾ ਹੈ। ਨਾਨਕ ਸਤਿਗੁਰ ਬਾਜ ਮੂਠਾ, ਮਨ ਮੁਖੋ ਅਹੰਕਾਰੀ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਸਤਿਗੁਰਾਂ ਤੋਂ ਬਿਨਾਂ ਇਹ ਜੀਵ ਮੂਠਾ ਠੱਗਿਆ ਹੋਇਆ, ਇਹੋ ਜਿਹਾ ਠੱਗਿਆ ਹੋਇਆ ਇਹ ਮਨਮੁਖ ਹੰਕਾਰ ਦੇ ਵਿੱਚ ਠੱਗਿਆ ਹੀ ਆਪਣੀ ਜ਼ਿੰਦਗੀ ਬਸਰ ਕਰ ਦਿੰਦਾ ਹੈ। ਹਰ ਕੇ ਦਾਸ ਜੀਵੇ ਲਾਗ ਪ੍ਰਭ ਕੀ ਚਰਣੀ। ਹਰੀ ਦੇ ਦਾਸ ਜੀਵਦੇ ਨੇ। ਆਖਿਆ ਜੀ ਕਿਵੇਂ ਜੀਵਦੇ ਨੇ? ਕਹਿੰਦੇ ਜਦੋਂ ਆਪਣੇ ਪ੍ਰਭੂ ਦੇ ਚਰਨਾਂ ਨਾਲ ਲੱਗਦੇ ਨੇ ਉਦੋਂ ਮੁਰਦਿਆਂ ਤੋਂ ਮਾਨੋ ਜੀਵਦੇ ਹੋ ਜਾਂਦੇ ਆ। ਜਦੋਂ ਆਪਣੇ ਗੁਰੂ ਦੇ ਆਪਣੇ ਪ੍ਰਭੂ ਦੇ ਚਰਨੀ ਲੱਗਦੇ ਨੇ ਫਿਰ ਹਰੀ ਕੇ ਦਾਸ ਜੀਵਦੇ ਐ। ਆਪਣੇ ਮਾਲਕ ਦੇ ਚਰਨਾਂ ਤੋਂ ਬਿਨਾਂ ਤਾਂ ਮਰ ਜਾਣ ਵਾਲੀ ਅਵਸਥਾ ਹੈ ਉਹਨਾਂ ਦੀ। ਜਦੋਂ ਆਪਣੇ ਪ੍ਰਭੂ ਦੇ ਚਰਨੀ ਲੱਗਦੇ ਹਨ ਤਾਂ ਹਰੀ ਦੇ ਦਾਸ ਜੀਵਦੇ ਨੇ। ਕੰਠ ਲਗਾਏ ਲੀਏ ਤੇ ਸੋ ਠਾਕੁਰ ਸਰਣੀ। ਕਹਿੰਦੇ ਮੈਂ ਉਸ ਠਾਕੁਰ ਅਕਾਲ ਪੁਰਖ ਪਰਮੇਸ਼ਰ ਦੀ ਸ਼ਰਨ ਵਿੱਚ ਆਂ ਜਿਹਨੇ ਸਾਡੇ ਤੇ ਤਰਸ ਕਰਕੇ ਸਾਡੇ ਔਗਣਾਂ ਨੂੰ ਨਾ ਚਿਤਾਰਦਿਆਂ ਸਾਨੂੰ ਆਪਣੇ ਕੰਠ ਨਾਲ ਆਪਣੇ ਗਲ ਨਾਲ ਲਾ ਲਿਆ ਹੈ। ਸਾਡੇ ਔਗਣ ਨਹੀਂ ਵੇਖੇ, ਸਾਡੀਆਂ ਖਾਮੀਆਂ ਨਹੀਂ ਵੇਖੀਆਂ, ਮਾਲਕ ਨੇ ਸਾਰੇ ਔਗਣ ਮੇਟ ਦਿੱਤੇ ਜਦੋਂ ਆਪਣੇ ਕੰਠ ਨਾਲ ਆਪਣੇ ਗਲ ਨਾਲ ਲਾ ਲਿਆ। ਜਿਹੜਾ ਮਾਲਕ ਆਪਣੇ ਗਲ ਨਾਲ ਲਾ ਲੈਂਦਾ ਹੈ ਅਸੀਂ ਉਹਦੀ ਸ਼ਰਨ ਵਿੱਚ ਹਾਂ, ਉਹਦੀ ਪਨਾਹ ਵਿੱਚ ਹਾਂ। ਬਲ ਬੁੱਧ ਗਿਆਨ ਧਿਆਨ ਆਪਣਾ ਆਪ ਨਾਮ ਜਪਾਇਆ। ਹੇ ਵਾਹਿਗੁਰੂ, ਨਾ ਤਾਂ ਸਾਡੇ ਵਿੱਚ ਬਲ ਹੈ, ਨਾ ਕੋਈ ਸਾਡੇ ਕੋਲ ਆਪਣੀ ਬੁੱਧੀ ਹੈ, ਨਾ ਕੋਈ ਗਿਆਨ ਹੈ, ਨਾ ਕੋਈ ਧਿਆਨ ਹੈ। ਸਾਡੇ ਕੋਲ ਜੋ ਕੁਝ ਹੈ ਪ੍ਰਭੂ ਇਹ ਤੇਰਾ ਹੈ। ਤੇ ਜਿਨ੍ਹਾਂ ਤੇ ਤਰਸ ਕਰਕੇ ਜਿਨ੍ਹਾਂ ਕੋਲੋਂ ਤੁਸੀਂ ਆਪਣਾ ਨਾਮ ਜਪਾਉਂਦੇ ਹੋ ਉਹੀ ਜਪਦੇ ਨੇ। ਜਿਨ੍ਹਾਂ ਕੋਲੋਂ ਜਪਾਉਂਦੇ ਹੋ ਜਪ ਲੈਂਦੇ ਆ, ਜਿਨ੍ਹਾਂ ਕੋਲੋਂ ਸਿਮਰਨ ਕਰਾਉਂਦੇ ਹੋ ਆਪਣਾ ਉਹ ਸਿਮਰ ਲੈਂਦੇ ਆ, ਜਿਨ੍ਹਾਂ ਕੋਲੋਂ ਆਪਣੇ ਗੁਣ ਗਵਾਉਂਦੇ ਹੋ ਗਾ ਲੈਂਦੇ ਆ। ਤੁਹਾਡੀ ਦਇਆ ਮਾਇਆ ਤੋਂ ਬਿਨਾਂ ਤੁਹਾਡਾ ਜਾਪ ਨਹੀਂ ਜਪਿਆ ਜਾਂਦਾ। ਮਹਾਰਾਜ ਜੀ
ਜਿਨ੍ਹਾਂ ਕੋਲੋਂ ਆਪਣਾ ਨਾਮ ਜਪਾਉਂਦੇ ਹੋ ਉਹੀ ਤੁਹਾਡੇ ਅੰਮ੍ਰਿਤ ਨਾਮ ਦੇ ਜਾਪ ਨੂੰ ਰਾਤ ਦਿਨ 8 ਪਹਿਰ ਜਪਦੇ ਹਨ। ਸਾਧ ਸੰਗਤ ਆਪ ਹੋਆ ਆਪ ਜਗਤ ਤਰਾਇਆ। ਕਹਿੰਦੇ ਸਾਧ ਸੰਗਤ ਵੀ ਉਹਦੀ ਦਇਆ ਮਾਇਆ ਨਾਲ ਹੀ ਪ੍ਰਾਪਤ ਹੁੰਦੀ ਹੈ। ਜੇ ਸਾਧ ਸੰਗਤ ਦੀਆਂ ਘੜੀਆਂ ਮਿਲ ਰਹੀਆਂ ਨਾ ਤਾਂ ਇਹ ਸਮਝ ਲਓ ਵੀ ਉਹਨੇ ਆਪ ਤਰਸ ਕੀਤਾ, ਦਇਆ ਕੀਤੀ ਹੈ ਤੇ ਆਪ ਹੀ ਸਾਧ ਸੰਗਤ ਪ੍ਰਦਾਨ ਕੀਤੀ। ਤੇ ਜਦੋਂ ਸੰਗਤ ਵਿੱਚ ਆਉਣ ਲੱਗ ਪਈਏ ਨਾ ਤੇ ਸੰਗਤ ਦੀ ਇਹ ਬਰਕਤ ਹੁੰਦੀ, ਸਾਧ ਸੰਗਤ ਦੀ, ਕਿ ਸਤ ਸੰਗਤ ਕਰਦਿਆਂ ਕਰਦਿਆਂ ਇਹ ਜੀਵ ਇਸ ਜਗਤ ਤੋਂ ਸਤਿਗੁਰੂ ਜੀ ਤਾਰ ਲੈਂਦੇ ਹਨ। ਨਿਤ ਸੰਗਤ ਕਰਦੇ ਜਾਈਏ ਰੋਜ਼, ਤੇ ਸੰਗਤ ਕਰਦਿਆਂ ਕਰਦਿਆਂ ਸੰਗਤ ਦਾ ਇਹ ਗੁਣ ਹੈ, ਸੰਗਤ ਦਾ ਇਹ ਪਰਉਪਕਾਰ ਹੈ ਕਿ ਸੰਗਤ ਕਰਨ ਵਾਲੇ ਨੂੰ ਮਹਾਰਾਜ ਜੀ ਇਸ ਸੰਸਾਰ ਤੋਂ ਤਾਰ ਲੈਂਦੇ ਹਨ। ਕਿ ਇਹਨੇ ਯਤਨ ਤਾਂ ਕੀਤਾ ਨਾ, ਸੰਗਤ ਕਰਦਾ ਆ ਕੇ ਕਥਾ ਕੀਰਤਨ ਸੁਣਦਾ, ਯਤਨ ਤਾਂ ਕਰ ਰਿਹਾ ਨਾ। ਤੇ ਜਿਹੜਾ ਕਹੇ ਵੀ ਮੈਨੂੰ ਸੰਗਤ ਦੀ ਵੀ ਕਰਨ ਦੀ ਲੋੜ ਨਹੀਂ, ਭਜਨ ਦੀ ਵੀ ਲੋੜ ਨਹੀਂ, ਮੈਂ ਇਦਾਂ ਹੀ ਤਰ ਜੂ। ਸਤ ਸੰਗ ਹਰ ਇੱਕ ਗੁਰਮੁਖ ਮਾਈ ਭਾਈ ਵਾਸਤੇ ਜ਼ਰੂਰੀ ਹੈ। ਸਤ ਸੰਗਤ ਵਿੱਚ ਆ ਕੇ ਗੁਰੂ ਖਾਲਸਾ ਜੀ ਬਹੁਤ ਕੁਝ ਪ੍ਰਾਪਤ ਹੁੰਦਾ ਹੈ, ਬੇਅੰਤ ਗੁਣ ਪ੍ਰਾਪਤ ਹੁੰਦੇ ਹੈ। ਤੋ ਮਹਾਰਾਜ ਜੀ ਕਹਿੰਦੇ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ ਜਿਨ੍ਹਾਂ ਨੂੰ, ਉਹਨਾਂ ਨੂੰ ਸਤਿਗੁਰਾਂ ਨੇ ਇਸ ਜਗਤ ਤੋਂ ਤਰਾਇਆ, ਤਾਰ ਲਿਆ। ਰਾਖ ਲੀਏ ਰੱਖਣ ਹਾਰੈ ਸਦਾ ਨਿਰਮਲ ਕਰਨੀ। ਜਿਨ੍ਹਾਂ ਦੀ ਸਦਾ ਲਈ ਨਿਰਮਲ ਕਰਨੀ ਸੀ, ਚੰਗੇ ਕੰਮ ਕਰਦੇ ਸੀ, ਭਲੇ ਕਰਮ ਕਰਦੇ ਸੀ। ਜਿਨ੍ਹਾਂ ਆਖਿਆ ਅਸੀਂ ਮਾੜਾ ਕੰਮ ਨਹੀਂ ਕਰਨਾ, ਗੁਰੂ ਸਾਹਿਬ ਸਾਡੇ ਕੋਲੋਂ ਨਾ ਕਰਾਉਣ, ਯਤਨ ਕੀਤਾ ਵੀ ਅਸੀਂ ਮਾੜਾ ਨਹੀਂ ਕਰਨਾ, ਨਿਰਮਲ ਕਰਮ ਕਰਨੇ। ਹਾਂ, ਸੁਤੇ ਕਿਤੇ ਅਣਜਾਣੇ ਵਿੱਚ ਕਿਤੇ ਕੋਈ ਕਰਮ ਹੋ ਜਾਏ ਉਹ ਸਤਿਗੁਰੂ ਬਖਸ਼ ਲੈਣਗੇ। ਪਰ ਜੇ ਪਤਾ ਹੈ ਵੀ ਮੈਂ ਇਹ ਮਾੜਾ ਕਰਮ ਨਾ ਕਰਾਂ ਤੇ ਠੀਕ ਰਹਾਂਗਾ, ਫਿਰ ਵੀ ਕਰੇ, ਫਿਰ ਅੰਤਸ਼ਕਰਣ ਦੇ ਉੱਤੇ ਉਹਦੀ ਗਹਿਰੀ ਛਾਪ ਬਣ ਜਾਂਦੀ ਹੈ, ਉਹਦਾ ਲੇਖਾ ਦੇਣਾ ਪੈਂਦਾ। ਗੁਰਮੁਖ ਨਿਰਮਲ ਕਰਨੇ ਹੀ ਕਰਦੇ ਆ, ਉਹ ਕਹਿੰਦੇ ਮਾੜਾ ਨਹੀਂ ਕਰਨਾ, ਭਲਾ ਜਿੰਨਾ ਹੁੰਦਾ ਹੋ ਜਾਏ। ਬੁਰੇ ਦਾ ਵੀ ਭਲਾ ਕਰਨ ਦੀ ਬਿਰਤੀ ਰੱਖਦੇ ਆ ਸਾਧੂ। ਤੋ ਜਿਹੜੇ ਸਦਾ ਲਈ ਨਿਰਮਲ ਕਰਨੇ ਕਰਦੇ ਨੇ ਉਹਨਾਂ ਨੂੰ ਰੱਖਣਹਾਰ ਸੁਆਮੀ ਜੀ ਆਪ ਤਰਸ ਕਰਕੇ ਰੱਖ ਲੈਂਦੇ ਨੇ। ਰਾਖ ਲਈਏ, ਉਹ ਰੱਖ ਲਏ ਮਹਾਰਾਜ ਜੀ ਨੇ, ਰੱਖਣਹਾਰੇ ਹੋ ਕੇ ਉਹਨਾਂ ਨੂੰ ਰੱਖ ਲਿਆ ਜਿਨ੍ਹਾਂ ਨੇ ਸਦਾ ਲਈ ਨਿਰਮਲ ਕਰਨੀ ਕੀਤੀ। ਨਾਨਕ ਨਰਕ ਨਾ ਜਾਹੇ ਕਬਹੁ ਹਰ ਸੰਤ ਹਰ ਕੀ ਸਰਣੀ। ਧੰਨ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ ਹਨ ਕਿ ਉਹ ਜੀਵ ਕਦੇ ਨਰਕਾਂ ਵਿੱਚ ਨਹੀਂ ਜਾਂਦੇ, ਉਹਨਾਂ ਨੂੰ ਨਰਕਾਂ ਦੀ ਅੱਗ ਦੇ ਵਿੱਚ ਨਹੀਂ ਸੜਨਾ ਪੈਂਦਾ ਜਿਹੜੇ ਹਰੀ ਦੇ ਸੰਤ ਹਰੀ ਦੀ ਸ਼ਰਨ 'ਚ ਰਹਿੰਦੇ ਹਨ। ਹਰ ਸੰਤ ਹਰ ਕੀ ਸਰਣੀ, ਹਰੀ ਦੇ ਸੰਤ ਹਰੀ ਦੀ ਸ਼ਰਨ ਵਿੱਚ ਨੇ, ਉਹ ਕਦੇ ਨਰਕਾਂ ਵਿੱਚ ਨਹੀਂ ਜਾਂਦੇ। ਜੇ ਕਿਤੇ ਇੱਕ ਸੰਤ ਨੂੰ ਨਰਕ ਦੇ ਕੋਲੋਂ ਲੰਘਣਾ ਵੀ ਪਿਆ ਤਾਂ ਸਾਰਾ ਨਰਕ ਹੀ ਖਾਲੀ ਕਰਾ ਦਿੱਤਾ। ਰਾਜਾ ਜਨਕ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਵਿੱਚ ਬਚਨ ਲਿਖੇ, 18 ਕੂਣੀਆਂ ਨਰਕਾਂ ਦੀਆਂ ਖਾਲੀ ਕਰਾ ਦਿੱਤੀਆਂ, ਉਹ ਵੀ ਨਾਲ ਹੀ ਮੁਕਤ ਕਰ ਲਏ। ਹਰੀ ਦੇ ਸੰਤ ਜਨ ਜਿਹੜੇ ਹਰੀ ਦੀ ਸ਼ਰਨ 'ਚ ਨੇ ਉਹ ਕਦੇ ਨਰਕਾਂ ਦੀ ਅਗਨੀ ਦੇ ਵਿੱਚ ਨਹੀਂ ਸੜਦੇ। ਉਹ ਨਿਰੰਕਾਰ ਪਰਮੇਸ਼ਰ ਦੇ ਸਰੂਪ ਵਿੱਚ ਅਭੇਦ ਹੋ ਕੇ ਉਸੇ 'ਚ ਤਤਪਰ ਰਹਿੰਦੇ ਹਨ। ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੇ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੋ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ, ਤੁਮ ਮਾਤ ਪਿਤਾ ਤੇਰੇ ਤੁਮਰੀ, कोई न जान तुमरा अंत उचते, ऊंचा भगवंत सगल समगरी तुमरा सूतर तारी, तुम ते हो सो तुमरी गात मित नानक सदा कुर्बानी। बोलो जी वाहिगुरु एक ओंकार। वाहिगुरु जी की फतेह। श्री भगवती जी सहाय। वार श्री भगवती जी की पातशाही 10वीं। प्रथम भगवती सिमर कै गुरु नानक लई ते आए, फिर अंगद गुर ते अमरदास, रामदास होई सहाय। अर्जन हर गोबिंद नो सिमराओ श्री हर राय, श्री हर कृष्ण ते आइया, जैसा डिठा सब दुख जाय। तेग बहादुर सिमरिया घर नाव निध आवे ताय, सब थाई होए सहाय। 10वें पातशाह साहिब श्री गुरु गोबिंद सिंह साहिब जी, सब थाई होए सहाय। 10 पातशाहियां दी जोता श्री गुरु ग्रंथ साहिब जी दे, पाठ दीदार दा ध्यान धर के बोलो जी। पंजा प्यारिया चौहा साहिब जादिया, 40 मुक्तिया हठिया जपिया तपिया, जिना नाम जपिया बंड छकिया। देग चलाई तेग वाहे, देख के अणडिठ कीता, तना प्यारिया सच्चारिया दी कमाई दा ध्यान धर के बोल जी। जिना ਸਿੰਘਾ ਸਿੰਘਨੀਆਂ ਨੇ ਧਰਮ ਹੇਤਾ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੇ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। प्रथमे सर्वत खालसा जी की अरदास है जी। सर्वत खालसा जी को वाहेगुरु वाहेगुरु वाहेगुरु। चित आवे चित आवड़ का सदका सर्ब सुख होवे। जहाँ जहाँ खालसा जी साहेब तहाँ तहाँ रछियारे आए तो देगा तेग फतेह। बिरद की पाज पंथ की जीता श्री साहिब जी सहाय। खालसा जी के बोल वाले बोलो जी। आप जी दे सिखां नूं सिੱਖੀ दान
केस दान रहत दान बबेक दान विसाह दान भरोसा दान दाना सिर दान नाम दान। श्री अमृतसर जी के दर्शन स्नान चौकियां झंडे बुंगे जुगो जुग अटल धर्म का जयकार बोलो जी। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੇ ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਰੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰ ਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਸੱਚੇ ਪਿਤਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀਓ ਮਹਾਰਾਜ। ਆਪ ਜੀ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਣ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਪ੍ਰਤੱਖ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸੁੰਦਰ ਸੱਚਖੰਡ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਸਤਿਗੁਰੂ ਜੀਓ ਸ੍ਰੀ ਆਸਾ ਕੀ ਵਾਰ ਦੇ ਸੰਪੂਰਨ ਸ਼ਬਦ ਕੀਰਤਨ ਆਨੰਦ ਸਾਹਿਬ ਦੀਆਂ 6 ਪੌੜੀਆਂ ਦੇ ਗਾਇਨ ਉਪਰੰਤ ਮੁੱਖ ਵਾਕ ਗੁਰ ਸ਼ਬਦ ਵਿਚਾਰਾ ਹੋਈਆਂ। ਸਤਿਗੁਰੂ ਜੀਓ ਆਪ ਜੀ ਦੇ ਸੇਵਕਾਂ ਪਾਸੋਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਅਗਾਹਾਂ ਤੋਂ ਸੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਸੁਣਨਾ ਅਤੇ ਸੇਵਾ ਕਰਨ ਦੇ ਬਲ ਉਦਮ ਬਖਸ਼ਿਸ਼ ਕਰਨੇ। ਸਤਿਗੁਰੂ ਜੀਓ ਪੜ੍ਹੀ ਸੁਣੀ ਗਈ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦਾਸਰਿਆਂ ਦੇ ਹਿਰਦਿਆਂ ਤੇ ਵਸਾਵਨਾ ਦਰੋ ਕਰੋ ਨਾਮ ਦਾਨ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨੇ। ਸਤਿਗੁਰੂ ਜੀਓ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਯਾਤਰਾ ਸਫਲ ਕਰਨੀ ਜੇ। ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਸਰਬੱਤ ਦੀਆਂ ਸੋਭ ਮਨੋਕਾਮਨਾਵਾਂ ਭਾਵਨਾਵਾਂ ਸੰਪੂਰਨ ਕਰਨੀਆਂ ਦੁੱਖਾਂ ਕਲੇਸ਼ਾਂ ਬਿਘਨਾਂ ਦਾ ਨਾਸ਼ ਕਰਨਾ ਨਾਮ ਬਾਣੀ ਦਾ ਪ੍ਰਕਾਸ਼ ਕਰਨਾ ਜੇ। ਅੱਖਰ ਬਾਧਾ ਘਾਟਾ ਭੁੱਲ ਚੁੱਕ ਮਾਫ ਕਰਨੇ ਸਰਬੱਤ ਦੇ ਕਾਰਜ ਰਾਸ ਕਰਨੇ। ਸਤਿਗੁਰੂ ਜੀਓ ਖਾਲਸਾ ਪੰਥ ਨੂੰ ਏਕਤਾ ਥਵਾਕ ਮੇਲ ਮਿਲਾਪ ਪ੍ਰੇਮ ਪਿਆਰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ। ਸਤਿਗੁਰੂ ਜੀਓ ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਿਰਤਾਰਥ ਕਰੋ। ਸਤਿਗੁਰੂ ਜੀਓ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪ ਜੀ ਦੇ ਪਾਵਨ ਪਵਿੱਤਰ ਖਜ਼ਾਨਿਆਂ ਵਿੱਚੋਂ ਆਪ ਜੀ ਦੀਆਂ ਸੰਗਤਾਂ ਵੱਲੋਂ ਪਾਵਨ ਕੜਾਹਾ ਪ੍ਰਸਾਦ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨਿਆ ਪ੍ਰਸਾਦ ਸੰਗਤ ਵਿੱਚ ਵਰਤਾਵੰਦੀ ਆਗਿਆ ਬਖਸ਼ੋ ਜੀ। ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਾਈ ਅਕਾਲ ਕੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ
जो प्रभु को मिलवो चाहे राज करेगा खालसा। ख्वार हुए सब मिलेंगे, ख्वार हुए सब मिलेंगे। बोले सो निहालो। वाहिगुरु जी का खालसा, वाहिगुरु जी की फतेह। सतनाम। श्री वाहिगुरु साहिब जी। जब लो नहीं भाग लिलार उदय, तब लो भ्रमते फिरते बहुत आयो। कल घोर समुंदर में बूढ़त थे, कब हूँ मिट है नहीं रे पछतायो। तत् विचार यह मथुरा जग तारन को अवतार बनाओ। जपो जन अर्जन देव गुरु, फिर संकट जौन गर्भ न आयो। जपयो जन अर्जन देव गुरु, फिर संकट जौन गर्भ न आयो। सो कहो तल गुर सेविय, अहनस सहज दर्शन परस गुरु कै जन्म मरण। होवै सिफत खसंबंधी, नूर हर सह कुर सह। तुद डठे सच्चे पातशाह, मल जन्म जन्म दे। सज्जन सच्चा पात साह, सिर साहांदे। जिस पास बैठिया सोईय, सभना दा। सतनाम। श्री वाहिगुरु साहिब जी। आसा महला पंजवा। उठ वंज वटाउड़िया, तै क्या चिर लाया। मोहलत पुन्नड़िया, कित कूड़ लुभाया। उठ वंज वटाउड़िया, तै क्या चिर लाया। मोहलत पुन्नड़िया, केत कूड़ लुभाया। कूड़े लुभाया तो हो माया, करह पाप अमित्या। तन भसम ढेरी, जम है हेरी। काल बपड़ जित्या। माल जोबन छोड़ वैसी, रहो पैनन खाया। नानक कमाना संग जुलिया, नह जाए किरत मिटाया। साथ हो मिर्ग जिवै, पेख रैन चंद्रायण। सुख हो दुख भये, नित पाप कमायण। पापा कमाणे छड़ नाहि,
ਲੈ ਚੱਲੇ ਘੱਤ ਗਲਾਵਿਆ, ਹਰ ਚੰਦੌਰੀ ਦੇਹ ਮੂਠਾ, ਕੂੜ ਸੇ ਜਾਰਾਵਿਆ। ਲਾਭ ਲੋਭ ਅਹੰਕਾਰ ਮਾਤਾ, ਗਰਭ ਭਇਆ ਸਮਾਇਣ। ਨਾਨਕ ਮ੍ਰਿਗ ਅਗਿਆਨ ਬਿਨ ਸੇ, ਨਹ ਮਿਟੈ ਆਵਣ ਜਾਇਣ। ਮਿੱਠਾ ਮੱਖ ਮੂਆ ਕਿਉ ਲਏ ਉਡਾਰੀ, ਹਸਤੀ ਗਰਤ ਪਿਆ ਕਿਉ ਤਰੀਐ ਤਾਰੀ। ਤਰਨ ਦੁਹੇਲਾ ਭਇਆ ਖਿਨ ਮਹਿ, ਖਸਮ ਚੇਤਨਾ ਆਇਓ। ਦੁਖਾ ਸਜਾਈ ਗਣਤ ਨਾਹੀ, ਕੀਆ ਆਪਣਾ ਪਾਇਓ। ਗੁੱਜਾ ਕਮਾਣਾ ਪ੍ਰਗਟ ਹੋਆ, ਈਤ ਉਤ ਹੈ ਖੁਆਰੀ। ਨਾਨਕ ਸਤਿਗੁਰ ਬਾਝ ਮੂਠਾ, ਮਨ ਮੁਖੋ ਅਹੰਕਾਰੀ। ਹਰ ਕੇ ਦਾਸ ਜੀਵੇ, ਲਗ ਪ੍ਰਭ ਕੀ ਚਰਣੀ। ਕੰਠ ਲਗਾਏ ਲਿਏ, ਤਿਸ ਠਾਕੁਰ ਸਰਣੀ। ਬਲ ਬੁੱਧ ਗਿਆਨ ਧਿਆਨ ਆਪਣਾ, ਆਪ ਨਾਮ ਜਪਾਇਆ। ਸਾਧ ਸੰਗਤ ਆਪ ਹੋਆ, ਆਪ ਜਗਤ ਤਰਾਇਆ। ਰਾਖ ਲੀਏ ਰਖਣ ਹਾਰੇ, ਸਦਾ ਨਿਰਮਲ ਕਰੜੀ। ਨਾਨਕ ਨਰਕ ਨ ਜਾਹੇ ਕਬ ਹੋ, ਹਰ ਸੰਤ ਹਰ ਕੀ ਸਰਣੇ। ਰਾਖ ਲੀਏ ਰਖਣ ਹਾਰੈ, ਸਦਾ ਨਿਰਮਲ ਕਰਣੀ। ਨਾਨਕ ਨਰਕ ਨ ਜਾਹੇ ਕਬ ਹੋ, ਹਰ ਸੰਤ ਹਰ ਕੀ ਸਰਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ। ਜਪੋ ਸਤਿਨਾਮ ਸਤਿਨਾਮ। ਸਤਿਨਾਮ ਸਤਿਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।